ਬਿਸਮਿਲ੍ਲਾ ਜੀ। ਥੜਾ ਸਿਆਸਤ ਦੇ ਨਾਲ ਮੈਂ ਤੁਹਾਡਾ ਯਾਰ ਅਹਿਮਦ ਲਤੀਫ ਤੇ ਅੱਜ ਅਸੀਂ ਜ਼ਾਹਿਰ ਹੈ ਆਪਣੇ ਪੁਰਾਣੇ ਦੋਸਤ ਆਪਣੇ ਸਾਥੀ ਨੂੰ ਲੈ ਕੇ ਆਏ ਹਾਂ ਤੇ ਜ਼ਿੰਦਗੀ ਸਾਰੀ ਖਬਰ ਦੇ ਨਾਲ ਗੁਜ਼ਰ ਗਈ। ਖਬਰਗਰਦੀ ਨਹੀਂ ਕਹਿ ਰਿਹਾ ਮੈਂ, ਖਬਰ ਦੇ ਨਾਲ ਖਬਰ ਪੜ੍ਹਦਿਆਂ, ਖਬਰ ਦੇਖਦਿਆਂ, ਖਬਰ ਦੀ ਸ਼ਕਲ ਸੂਰਤ ਬਣਾਉਂਦਿਆਂ ਔਰ ਇੱਕ ਵੱਡੀ ਆਵਾਜ਼ ਰੇਡੀਓ ਪਾਕਿਸਤਾਨ ਦੀ ਨਈਮ ਜ਼ੁਬੈਰੀ। अस्सलाम वालेकुम जी। वालेकुम अस्सलाम। ਅੱਜ ਹੀ ਅਸੀਂ ਗੱਲਾਂ ਕਰਨੀਆਂ ਥੋੜ੍ਹੀਆਂ ਜਿਹੀਆਂ। ਜ਼ਾਹਿਰ ਹੈ ਖਬਰ ਪੜ੍ਹੀ ਤੇ ਅੱਜ ਕੇ ਅਖਬਾਰ ਕੀਤਾ ਤੇ ਇਹ ਸਾਰਾ ਕੁਝ ਤੇ ਹੈ, ਪਰ ਮੇਰੇ ਸੁਣਨ ਵਾਲੇ ਜਿਹੜੇ, ਮੇਰੇ ਦੇਖਣ ਵਾਲੇ ਜਿਹੜੇ, ਉਹਨਾਂ ਨੂੰ ਪਤਾ ਲੱਗਿਆ ਨਈਮ ਜ਼ੁਬੈਰੀ ਜਿਹੜੀ ਆਵਾਜ਼ ਗੂੰਜਦਾਰ, ਪਾਟਦਾਰ, ਇੱਕ ਗਰਜਦਾਰ ਆਵਾਜ਼ ਤੁਸੀਂ ਸੁਣਦੇ ਰਹੇ ਹੋ ਤੇ ਇਹ ਬੰਦਾ ਪਹਿਲੀ ਵਾਰੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ। ਬਿਲਕੁਲ ਸਹੀ ਕਹਿ ਰਹੇ। ਤੇ ਦੱਸੋ ਜੀ ਇਹਨਾਂ ਨੂੰ ਇਹ ਜਿਹੜੇ ਨਈਮ ਜ਼ੁਬੈਰੀ ਨੇ ਜਿਨ੍ਹਾਂ ਨੂੰ ਤੁਸੀਂ ਸੁਣਦੇ ਰਹੇ ਹੋ, ਮੁੱਤਾਂ ਤੋਂ ਸੁਣਦੇ ਰਹੇ ਹੋ, ਔਰ ਉਹ ਸਾਰੇ ਨਾਂ ਜਿਹੜੇ 5 7 10 ਨਾਂ ਨਾ ਸਾਡੇ, ਜਿਹਨੂੰ ਪ੍ਰਾਈਡ ਕਹਿੰਦੇ ਅਸੀਂ ਵਤਨ ਅਜ਼ੀਜ਼ ਦਾ, ਔਰ ਉਹ ਉਸ ਜ਼ਮਾਨੇ ਦੇ ਲੋਕ ਜਿਹੜੇ ਰੇਡੀਓ ਲੋਕ ਸੁਣਦੇ ਸਨ ਤੇ ਉਹ ਤਸੱਵਰ ਬਣਾਉਂਦੇ ਸਨ ਇਸ ਬੰਦੇ ਦੀ ਇਸ ਤਰ੍ਹਾਂ ਦੀ ਸ਼ਕਲ ਹੋਏਗੀ। ਇਹ ਬੰਦਾ ਜੇ ਨਈਮ ਜ਼ੁਬੈਰੀ, ਇਹਦੇ ਨਾਲ ਜਰਾ ਗੱਲਾਂ ਕਰੋ ਨਾ। ਅਹਿਮਦ ਲਤੀਫ ਸਾਹਿਬ, ਸਭ ਤੋਂ ਪਹਿਲੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ। ਔਰ ਉਸ ਤੋਂ ਵੱਧ ਜਿਹੜਾ ਗੱਲ ਇਹ ਹੋਈ ਹੈ ਕਿ ਅੱਜ ਮੈਂ ਆਪਣੀ ਪੰਜਾਬੀ ਵੀ ਟੈਸਟ ਕਰ ਰਿਹਾ। ਬਿਸਮਿल्ला। ਕਿ ਅਲਹਮਦੁਲਿਲਾ ਮੈਂ ਸਾਰੀ ਜ਼ਿੰਦਗੀ ਉਰਦੂ ਬੋਲੀ, ਉਰਦੂ ਪ੍ਰੋਗਰਾਮ ਕੀਤੇ ਨੇ, ਉਰਦੂ ਖਬਰਾਂ ਪੜ੍ਹੀਆਂ ਨੇ, ਲੇਕਿਨ ਅੱਜ ਜਿਸ ਵੇਲੇ ਤੁਸੀਂ ਮੈਨੂੰ ਕਿਹਾ ਕਿ ਜਨਾਬ ਇਹ ਪੰਜਾਬੀ ਦਾ ਮੇਰਾ ਪ੍ਰੋਗਰਾਮ ਹੈ ਤੇ ਉਹਦੇ ਵਿੱਚ ਤੁਸੀਂ ਆਉਣਾ ਹੈ ਤੇ ਬਸ ਮੈਂ ਆਪਣੀ ਪੰਜਾਬੀ ਪਕਾਉਣਾ ਸ਼ੁਰੂ ਕਰ ਦਿੱਤੀ। ਔਰ ਨਹੀਂ ਤੁਸੀਂ ਬੜੀ ਸੋਹਣੀ ਪੰਜਾਬੀ ਬੋਲਦੇ ਹੋ ਔਰ ਮੈਂ ਖੁਸ਼ ਹਾਂ ਤੁਹਾਡੇ ਤੇ। ਪੰਜਾਬੀ, ਪਸ਼ਤੋ, ਉਰਦੂ, ਅੰਗਰੇਜ਼ੀ ਸਾਰੀਆਂ ਜ਼ੁਬਾਨਾਂ ਤੁਸੀਂ ਉਸੇ ਤਰ੍ਹਾਂ ਹੀ ਉਸੇ ਜੋਸ਼ੋ ਜਜ਼ਬੇ ਨਾਲ ਬੋਲਦੇ ਹੋ ਔਰ ਇਹ ਅੱਲਾ ਦਾ ਬੜਾ ਕਰਮ ਹੁੰਦਾ ਹੈ। ਮੈਂ ਸਮਝਣਾ ਕਿ ਇਹ ਜਿਹੜੀ ਆਵਾਜ਼ ਹੈ ਨਾ, ਆਵਾਜ਼ ਦਾ ਜ਼ੀਰੋ ਬੰਮ ਜਿਹਨੂੰ ਅਸੀਂ ਕਹਿੰਦੇ ਹਾਂ, ਸਟ੍ਰੈਸ ਪਾਜ਼ਿਸ, ਇਹ ਬੜਾ ਆਰਟ ਹੈਗਾ, ਇਹ ਲੋਕਾਂ ਕੋਲ ਕੋ ਨਹੀਂ ਹੈਗਾ। ਔਰ ਸੱਚੀ ਪੁੱਛੋ ਤੇ ਮੈਨੂੰ ਹਮੇਸ਼ਾ ਪੰਜਾਬ ਦਾ ਰੰਗ ਔਰ ਪੰਜਾਬ ਦੀ ਸਕਾਫਤ ਔਰ ਪੰਜਾਬ ਦੇ ਨਗਮੇ ਹਰ ਚੀਜ਼ ਹਮੇਸ਼ਾ ਮੈਨੂੰ ਫੈਸੀਨੇਟ ਕੀਤੀ ਹੈ। ਔਰ ਮੈਂ ਹਮੇਸ਼ਾ ਮਤਲਬ ਗੱਡੀ ਦੇ ਵਿੱਚ ਵੀ ਮੇਰਾ FM ਦਾ ਜਿਹੜਾ ਚੈਨਲ ਚੱਲ ਰਿਹਾ ਹੁੰਦਾ ਉਹ ਪੰਜਾਬ ਰੰਗ ਚੱਲ ਰਿਹਾ ਹੁੰਦਾ, ਮਤਲਬ ਉਹਦੇ ਵਿੱਚ ਵੀ ਮੈਂ ਹੋਰ ਕੋਈ ਚੈਨਲ ਨਹੀਂ ਸੁਣਦਾ। ਔਰ ਗਰਾਵਾਂ ਥਾਵਾਂ ਤੇ ਜਾਣਾ ਬੜਾ ਸ਼ੌਕ ਹੈ ਮੇਰਾ। ਦੋਸਤ ਯਾਰ ਜਿਤਨੇ ਵੀ ਮੇਰੇ ਗਰਾਵਾਂ ਦੇ ਨੇ, ਮੇਰਾ ਉੱਥੇ ਜਾਣਾ ਹਰ 6 ਮਹੀਨੇ ਬਾਅਦ, 3 ਮਹੀਨੇ ਬਾਅਦ ਮੈਂ ਚੱਕਰ ਜ਼ਰੂਰ ਲਾਣਾ। ਅੱਛਾ, ਮੈਂ ਪੁੱਛਣਾ ਇਹ ਚਾਹਨਾ, ਇਹ ਨਈਮ ਜ਼ੁਬੈਰੀ ਸਾਹਿਬ ਜ਼ਾਹਿਰ ਹੈ ਵਾਲਿਦ ਗਿਰਾਮੀ ਹਰ ਸ਼ਹਿਰ 'ਚ ਉਹਨਾਂ ਦਾ ਜਾਣਾ ਆਣਾ, ਤੇ ਪੈਦਾਇਸ਼ ਕਿੱਥੇ ਹੋਈ ਤੇ ਉਸ ਤੋਂ ਬਾਅਦ ਪੜ੍ਹਨਾ ਲਿਖਣਾ ਕਿੱਥੇ ਹੋਇਆ, ਉਹ ਥੋੜਾ ਜਿਹਾ ਇੱਕ ਪ੍ਰੋਫਾਈਲ ਵੀ ਅਸੀਂ ਕਰ ਦਈਏ, ਉਹ ਥੋੜਾ ਜਿਹਾ ਪਤਾ ਲੱਗੇ ਜੀ। ਬਿਸਮਿल्ला। ऐसा है कि मैं, मेरे वालिद मरहूम ਜਿਹੜੇ ਅੱਲਾਹ ਨੂੰ ਮਗਫਿਰਤ ਕਰੇ, ਉਹ ਜ਼ਿਆਦਾਤਰ ਉਹਨਾਂ ਦੀ ਜਿਹੜੀ ਜੌਬਸ ਰਹੀਆਂ ਨੇ ਉਹ ਡੈਮਸ ਦੀ ਰਹੀਆਂ ਨੇ। ਠੀਕ। ਵਾਰਸਕ ਡੈਮ, ਤਰਬੇਲਾ ਡੈਮ ਤੇ ਫਿਰ ਮੰਗਲਾ ਡੈਮ। ਠੀਕ। ਤੇ ਮੰਗਲਾ ਡੈਮ ਜੇਹਲਮ ਦੀ ਮੇਰੀ ਪੈਦਾਇਸ਼ ਹੈ ਔਰ 4-5 ਸਾਲ ਦਾ ਸੀ ਤੇ ਅਸੀਂ ਤਰਬੇਲਾ ਆ ਗਏ। ਠੀਕ। ਤਰਬੇਲਾ ਡੈਮ ਤੇ 12-13 ਸਾਲ ਉੱਥੇ ਕੀਤੇ ਤੇ ਉਸ ਤੋਂ ਬਾਅਦ ਕੁਛ ਅਰਸਾ ਸਾਨੂੰ ਫੈਸਲਾਬਾਦ ਜਾਣਾ ਪਿਆ ਔਰ ਉੱਥੋਂ ਮੇਰੀ ਜਿਹੜੀ ਹੈ ਨਾ ਰੇਡੀਓ ਦੀ ਜਾਂ ਸੌਤੀ ਕਹਾਣੀ ਜਿਹੜੀ ਉਹ ਸ਼ੁਰੂ ਹੁੰਦੀ ਹੈ। ਅੱਛਾ, ਫੈਸਲਾਬਾਦ। ਫੈਸਲਾਬਾਦ। ਤੇ ਫਿਰ ਜੁਗਤਾਂ ਕਿੱਥੇ ਨੇ? ਜੁਗਤਾਂ ਵੀ ਹੋਣਗੀਆਂ ਜੀ, ਬਿਲਕੁਲ ਹਾਏ ਹਾਏ, ਫੈਸਲਾਬਾਦ ਦਾ ਬੰਦਾ ਹੋਵੇ, ਉੱਥੇ ਉਹਦੀ ਗਰੋਥ ਹੋਵੇ, ਉਹ ਵਧੇ ਤੇ ਉਹ ਗੱਲ ਤੇ ਜੁਗਤ ਨਾ ਮਾਰੇ। ਅਸਲ ਵਿੱਚ ਇਹ ਹੈ ਕਿ ਜੁਗਤ ਦੀ ਜਿਹੜੀ ਉਹ ਇੱਕ ਜਰਸੂਮਾ ਹੈ ਨਾ, ਉਹ ਬਕਾਇਦਾ ਇਸ ਵਾਸਤੇ ਨਹੀਂ ਆ ਸਕਿਆ ਸ਼ਾਇਦ ਕਿ ਉਹ ਜੰਪਲ ਜਿਹਨੂੰ ਕਹਿੰਦੇ ਨੇ ਨਾ, ਉਹ ਨਹੀਂ ਸੀ ਉੱਥੇ ਦੀ। ਤੇ ਲੇਕਿਨ ਇਹ ਹੈ ਕਿ ਜਰਾਸੀਮ ਲੈ ਕੇ ਮੈਂ ਜ਼ਰੂਰ ਆਇਆ ਹਾਂ ਮਾਸ਼ਾਅੱਲਾ। ਤੇ ਆਮ ਜ਼ਿੰਦਗੀ 'ਚ ਜਿਹੜਾ ਨਾ ਕੋਈ ਮੌਕਾ ਛੱਡਦਾ ਨਹੀਂ ਹੈ ਜੀ ਮਾਸ਼ਾਅੱਲਾ ਕੋਈ ਜੁਗਤ ਦੀ। ਅੱਛਾ, ਫਿਰ ਕਿੱਥੇ ਪੜ੍ਹਦੇ ਰਹੇ ਤੁਸੀਂ? ਬਸ ਫੈਸਲਾਬਾਦ ਹੀ ਮੈਂ ਆਪਣੀ ਤਾਲੀਮ ਜਿਹੜੀ ਹੈ ਉਸਨੂੰ ਕਹਿਣਾ ਚਾਹੀਦਾ ਮੁਕੰਮਲ ਕੀਤੀ। ਔਰ ਉਸ ਤੋਂ ਬਾਅਦ ਅੱਲਾ ਮਗਫਿਰਤ ਕਰੇ, ਮੇਰਾ ਇੱਕ ਕਜ਼ਨ ਸੀ, ਉਸਨੂੰ ਰੇਡੀਓ ਪਾਕਿਸਤਾਨ ਵਿੱਚ ਆਉਣ ਦਾ ਬੜਾ ਸ਼ੌਕ ਸੀ। ਇਹ ਹੁਣ ਮੈਂ ਆਪਣੀ ਰੇਡੀਓ ਦੀ ਕਹਾਣੀ ਸ਼ੁਰੂ ਕਰ ਰਿਹਾ। ਹਾਲਾਂਕਿ ਵੈਸੇ ਦੇਖਿਆ ਜਾਏ ਤਾਂ ਜ਼ਾਤੀ ਤੌਰ ਤੇ ਮੇਰਾ ਕਦੀ ਇਸ ਤਰ੍ਹਾਂ ਦਾ ਸ਼ੌਕ ਨਹੀਂ ਰਿਹਾ ਤੇ ਫੈਮਿਲੀ ਵਿੱਚ ਵੀ ਨਹੀਂ ਰਿਹਾ। ਫੈਮਿਲੀ ਵਿੱਚ ਵੀ ਨਹੀਂ ਸੀ ਮਾਸ਼ਾਅੱਲਾ। ਲੇਕਿਨ ਉਹ ਜਿਹੜਾ ਮੈਂ ਕਜ਼ਨ ਸੀ ਉਹ ਬਹੁਤ ਜ਼ਿਆਦਾ ਰੇਡੀਓ ਅਖਬਾਰ ਪੜ੍ਹਦਾ ਸੀ। ਹਾਲਾਂਕਿ ਉੱਥੇ ਕੋਈ ਰੇਡੀਓ ਪਾਕਿਸਤਾਨ ਵੀ ਨਹੀਂ ਸੀ, ਕੋਈ ਇਸ ਤਰ੍ਹਾਂ ਦਾ ਸੈਟਅਪ ਨਹੀਂ ਸੀ, ਲੇਕਿਨ ਉਸਨੂੰ ਬਹੁਤ ਸ਼ੌਕ ਸੀ। ਵਾਹ। ਉਹ ਪੁਰਾਣੇ ਜ਼ਮਾਨੇ ਦੇ ਉਹ ਕੈਸਟਾਂ ਦਾ ਦੌਰ ਸੀ ਨਾ, ਉਹਦੇ ਵਿੱਚ ਉਹ ਰਹਿਮਤ ਗ੍ਰਾਮੋਫੋਨ, ਹਾਂਜੀ, ਉਹ ਰਿਕਾਰਡਿੰਗਾਂ ਕਰਕੇ ਸੁਣਦਾ ਸੀ ਔਰ ਮੈਂ ਉਸਨੂੰ ਕਹਿੰਦਾ ਸਾਂ, ਪਿਆਰ ਨਾਲ ਉਸਨੂੰ ਗੁੱਡੂ ਕਹਿੰਦੇ ਸਾਂ। ਤੇ ਉਹ ਕਹਿੰਦਾ ਸੀ ਕਿ ਜੀ ਮੈਂ ਰੇਡੀਓ 'ਚ ਆਉਣਾ ਹੈ
ਮੈਂ ਪ੍ਰੋਗਰਾਮ ਕਰਨੇ ਨੇ, ਮੈਨੂੰ ਬੜਾ ਸ਼ੌਕ ਹੈ ਇਸ ਮੀਡੀਆ ਚ ਆਉਣ ਦਾ। ਤੇ ਮੈਂ ਕਹਿੰਦਾ ਸੀ ਯਾਰ ਗੁੱਡੂ ਇੱਥੇ ਤੇ ਕੋਈ ਵੀ ਇਸ ਤਰ੍ਹਾਂ ਦਾ ਤਰੱਕੀ ਦਾ ਕੋਈ ਚੈਨਲ ਨਹੀਂ ਹੈ। ਕਹਿੰਦਾ ਨਹੀਂ ਮੈਨੂੰ ਪਤਾ ਲੱਗਾ ਕਿ ਇੱਥੇ ਖੁੱਲਣ ਲੱਗਾ ਰੇਡੀਓ ਪਾਕਿਸਤਾਨ ਤੇ ਫਿਰ ਮੈਂ ਉੱਥੇ ਜਾਵਾਂਗਾ। ਅੱਛਾ, ਤੇ ਬਸ ਇਹ ਕਹਿ ਲਓ ਉਹਦੇ ਨਾਲ ਤੁਸੀਂ ਵੀ ਟੁਰ ਗਏ? ਹਾਂ, ਉਹਦੇ ਨਾਲ ਮੈਂ ਟੁਰਿਆ, ਲੇਕਿਨ ਉਹ ਵੀ ਬੜੀ ਦਿਲਚਸਪ ਕਹਾਣੀ ਹੈ ਮੈਂ ਕਿਸ ਤਰ੍ਹਾਂ ਟੁਰਿਆ। ਅੱਛਾ, ਹੋਇਆ ਇਹ ਕਿ ਤੁਹਾਨੂੰ ਪਤਾ ਨਾ ਜਿਸ ਵੇਲੇ ਬੰਦਾ ਕਿਸੇ ਜਗ੍ਹਾ ਥਾਂ ਪਹੁੰਚਣ ਦੀ ਕੋਸ਼ਿਸ਼ ਵਿੱਚ ਹੁੰਦਾ ਹੈ ਤੇ ਫਿਰ ਉਹ ਕੋਸ਼ਿਸ਼ ਕਰਦਾ ਹੈ ਕਿ ਯਾਰ ਜਿਹੜੇ ਮੇਰੇ ਨਾਲ ਨੇ ਨਾ ਉਹ ਥੋੜਾ ਪਿੱਛੇ ਰਹਿਣ ਤੇ ਚੰਗਾ ਮੈਂ ਅੱਗੇ ਟੁਰ ਜਾਵਾਂ। ਅੱਛਾ, ਤੇ ਉਹ ਇਸ ਤਰ੍ਹਾਂ ਹੀ ਹੋਇਆ ਕਿ ਉਹਨੇ ਕਿਥੇ ਉਹਨੂੰ ਪਤਾ ਲੱਗਾ ਕਿ ਰੇਡੀਓ ਪਾਕਿਸਤਾਨ ਖੁੱਲ ਗਿਆ ਤੇ ਉੱਥੇ ਆਡੀਸ਼ਨ ਹੋਣ ਲੱਗੇ। ਉਹਨੂੰ ਮੈਨੂੰ ਨਹੀਂ ਦੱਸਿਆ। ਅੱਛਾ, ਤੇ ਉਹ ਆਪ ਚਲਾ ਗਿਆ। ਅੱਛਾ, ਆਡੀਸ਼ਨ ਦੇਣ। ਠੀਕ, ਤੇ ਮੈਨੂੰ ਅਗਲੇ ਦਿਨ ਪਤਾ ਲੱਗਾ। ਸਾਰੇ ਘਰ 'ਚ ਮੈਂ ਉਧਰ ਗਿਆ ਤੇ ਉਹ ਜਨਾਬ ਸਾਰੇ ਖੁਸਰ-ਪੁਸਰ ਹੋ ਰਹੀ ਸੀ, ਖੁਸਰ-ਪੁਸਰ ਹੋ ਰਹੀ ਗੱਲ ਹੋ ਰਹੀ ਕਿ ਜੀ ਗੁੱਡੂ ਨੇ ਆਡੀਸ਼ਨ ਦਿੱਤਾ। ਬਸ ਤੁਸੀਂ ਕਿ ਲਤੀਫ ਸਾਹਿਬ, ਲਤੀਫ ਸਾਹਿਬ ਸੂਜੀ, ਬਸ ਉਦੋਂ ਇੱਕ ਪੰਜਾਬੀ ਦਾ ਖੁੰਦਕ, ਖੁੰਦਕ ਮੈਨੂੰ ਕਿਉਂ ਨਹੀਂ ਦੱਸਿਆ ਇਹਨੇ? ਯਾਰ ਇਹ ਗੁੱਡੂ ਨੇ ਇਹ ਕੀ ਕੀਤਾ ਕਿ ਯਾਰ ਮੈਂ ਇਹਨੂੰ ਕਹਿੰਦਾ ਰਿਹਾ, ਹਾਲਾਂਕਿ ਮੈਨੂੰ ਕੋਈ ਸ਼ੌਕ ਵੀ ਨਹੀਂ, ਕੱਲਾ ਟੁਰ ਗਿਆ। ਹਾਂਜੀ, ਤੇ ਇਹ ਟੁਰ ਗਿਆ ਤੇ ਇਹ ਕੀ ਹੋਇਆ ਤੇ ਲੋ ਜੀ ਮੈਂ ਅਗਲੇ ਦਿਨ ਫਿਰ ਪੁੱਛ ਪਾਛ ਕੇ ਤੇ ਮੈਂ ਰੇਡੀਓ ਪਹੁੰਚ ਗਿਆ। ਅੱਛਾ, ਵਾਹ। ਹਾਂ, ਮੈਂ ਗੇਟ ਦੇ ਉੱਤੇ ਪਹੁੰਚ ਗਿਆ। ਉਹ ਗੇਟ ਗਾਰਡ ਨੇ ਕਿਹਾ ਜੀ ਉਹ ਤੇ ਆਡੀਸ਼ਨ ਵਾਲਾ ਕੱਲ ਹੋ ਗਏ ਨੇ ਤੇ ਹੁਣ ਤੇ ਉਹ ਗੱਲ ਖਤਮ ਹੋ ਗਈ। ਮੈਂ ਕਿਹਾ ਨਹੀਂ ਯਾਰ ਤੂੰ ਇਸ ਤਰ੍ਹਾਂ ਕਰ, ਮੇਰੀ ਗੱਲ ਕਰਾ ਅੰਦਰ ਤੇ ਬਸ ਇਹ ਮੈਂ ਕਰਨਾ ਹੈ। ਤੇ ਉਹਨਾਂ ਕਿਹਾ ਯਾਰ ਕੋਈ ਬਹੁਤ ਹੀ ਸ਼ੌਕੀਨ ਬੜਾ ਟੈਲੈਂਟ ਹੈ ਕੋਈ ਆ ਗਿਆ। ਤੇ ਉਹਨੇ ਮੈਨੂੰ ਸ਼ਫੀ ਸਾਹਿਬ ਹੁੰਦੇ ਸਨ ਉੱਥੇ ਤੇ ਉਹਨਾਂ ਨਾਲ ਮੇਰੀ ਉਹਨਾਂ ਗੱਲ ਕਰਾ ਦਿੱਤੀ। ਠੀਕ, ਮੈਂ ਉਹਨਾਂ ਨੂੰ ਕਿਹਾ ਜੀ ਸ਼ਫੀ ਸਾਹਿਬ ਇਸ ਤਰ੍ਹਾਂ ਦੀ ਕਹਾਣੀ, ਉਹਨਾਂ ਨੂੰ ਮੈਂ ਦੱਸ ਦਿੱਤਾ। ਮੈਂ ਕਿਹਾ ਜੀ ਇਸ ਤਰ੍ਹਾਂ ਦੀ ਉਹਨੇ ਮੇਰੇ ਨਾਲ ਕੀਤਾ ਹੈ ਤੇ ਹੁਣ ਮੇਰੇ ਨਾਲ ਧੋਖਾ ਕੀਤਾ। ਹਾਂਜੀ ਹਾਂ, ਤੇ ਮੈਂ ਜਨਾਬ ਉਹਨੂੰ ਆਡੀਸ਼ਨ ਦੇਣਾ ਹੀ ਦੇਣਾ। ਅੱਛਾ, ਤੇ ਉਹ ਵੀ ਜਹਾਂਦੀਦਾ ਬੰਦੇ ਸਨ, ਪੁਰਾਣੇ ਜ਼ਮਾਨੇ ਦੇ ਲੋਕ ਨੇ। ਉਹਨਾਂ ਨੇ ਕਿਹਾ ਯਾਰ ਬੰਦੇ 'ਚ ਕੋਈ ਸ਼ਾਇਦ ਟੈਲੀਫੋਨ ਦੇ ਉੱਤੇ ਆਵਾਜ਼ ਹੋਣਾ ਮੇਰੀ, ਕੋਈ ਜੱਜ ਕਰ ਲਈ ਜਾਂ ਕੀ ਹੋਇਆ। ਉਹਨੇ ਗਾਰਡ ਨੂੰ ਕਿਹਾ ਕਿ ਨਹੀਂ ਭੇਜੋ ਇਹਨਾਂ ਨੂੰ, ਭੇਜੋ। ਫਿਰ ਮੈਂ ਅੰਦਰ ਗਿਆ ਤੇ ਉਹਨਾਂ ਨੇ ਆਡੀਸ਼ਨ ਵਗੈਰਾ ਲਿਆ ਤੇ ਮੈਂ ਉਹਨਾਂ ਨਾਲ ਇਸ ਤਰ੍ਹਾਂ ਦਾ ਸਮਝ ਲਓ ਕਿ ਸਰ ਤੇ ਹੱਥ ਰੱਖ ਕੇ ਕਸਮ ਖਵਾਈ ਕਿ ਜੀ ਇਹ ਉਸੇ ਆਡੀਸ਼ਨ ਦੇ ਵਿੱਚ ਸ਼ਾਮਿਲ ਕਰਨਾ, ਤੁਸੀਂ ਇਹ ਨਹੀਂ ਕਿ ਤੁਸੀਂ ਮੈਂ ਬਾਹਰ ਜਾਵਾਂ ਤੇ ਤੁਸੀਂ ਕਿਤੇ ਸੱਟ ਦਿਓ। ਉਹ ਅੱਛਾ, ਹਾਂਜੀ, ਫੈਮਿਲੀ ਖੁੰਦਕ। ਹਾਂ, ਅੱਛਾ, ਮੈਂ ਉਹਨਾਂ ਨੂੰ ਕਸਮ ਲਈ ਉਹਨਾਂ ਕੋਲ। ਅੱਛਾ, ਉਹਨਾਂ ਕਿਹਾ ਜੀ ਬਿਲਕੁਲ ਇਸ ਉਹਦੇ ਵਿੱਚ ਸ਼ਾਮਿਲ ਕਰਾਂਗੇ, ਯਕੀਨ ਕਰ, ਤੇ ਐਸੀ ਗੱਲ ਕੋਈ ਨਹੀਂ। ਅੱਛਾ, ਲਓ ਜੀ ਫਿਰ ਕੋਈ 25 ਦਿਨ ਦੇ ਬਾਅਦ ਰਿਜ਼ਲਟ ਆਇਆ ਤੇ ਇੱਕ ਛੋਟਾ ਜਿਹਾ ਅੱਧਾ ਕਾਗਜ਼ ਛੋਟੇ ਜਿਹੇ ਲਿਫਾਫੇ 'ਚ ਮੈਨੂੰ ਇੱਕ ਲੈਟਰ ਮਿਲਿਆ ਤੇ ਉਹਨਾਂ ਨੇ ਉਸੇ ਟਾਈਮ ਮੇਰੇ ਕੋਲ ਐਪਲੀਕੇਸ਼ਨ ਵਗੈਰਾ ਲਿਖਾਈ ਤੇ ਲਿਆ ਤੇ ਸਾਰਾ ਕੁਝ। ਉਹਨਾਂ ਨੂੰ ਪਤਾ ਲੱਗ ਜਾਂਦਾ ਇੱਕ ਬੰਦਾ ਕੀ ਹੈ। ਜੀ ਜੀ। ਅੱਛਾ, ਤੇ ਮੈਂ ਲਿਫਾਫਾ ਖੋਲਿਆ ਤੇ ਉਹਦੇ 'ਚ ਲਿਖਿਆ ਸੀ ਕਿ ਵੀ ਆਰ ਪਲੀਜ਼ਡ ਟੂ ਇਨਫੋਰਮ ਯੂ ਦੈਟ ਯੂ ਹੈਵ ਬੀਨ ਸਿਲੈਕਟਡ ਫॉर ਸੈਕੰਡ ਆਡੀਸ਼ਨ ਐਂਡ ਪਲੀਜ਼ ਕਮ ਔਨ ਫਲਾਨ ਡੇਟ। ਵਾਹ ਜੀ ਵਾਹ, ਮੈਂ ਖੁਸ਼ ਹੋਇਆ। ਮੈਂ ਕਿਹਾ ਸੁਭਾਨ ਅੱਲਾਹ, ਪਹਿਲਾ ਮਰਹਲਾ ਸਰ ਹੋ ਗਿਆ। ਅੱਛਾ, ਉਹਦੇ ਬਾਅਦ ਮੈਂ ਕਿਹਾ ਯਾਰ ਇਹ ਗੁੱਡੂ ਨੂੰ ਵੀ ਲੈਟਰ ਆਇਆ ਹੋਣਾ ਤੇ ਹੁਣ ਉਹਦੇ ਵੱਲ ਚੱਲੀਏ। ਅੱਛਾ, ਹਾਂਜੀ, ਤੁਸੀਂ ਪਹੁੰਚੇ ਫਿਰ? ਬਿਲਕੁਲ, ਮੈਂ ਫਿਰ ਉਹਦੇ ਘਰ ਪਹੁੰਚਿਆ ਤੇ ਉੱਥੇ ਸਾਰਿਆਂ ਦੇ ਮੂੰਹ ਲਟਕੇ ਹੋਏ। ਗੁੱਡੂ ਨੂੰ ਕੀ ਆਇਆ? ਗੁੱਡੂ ਨੂੰ ਆਇਆ ਕਿ ਜਨਾਬ ਤੂੰ ਫੇਲ ਹੋ ਗਿਆ। we are inform you that your voice is not fit for the microphone। ਉਹ ਤੁਹਾਡੀ ਗੈਰ ਹੋ ਜਾਏ। ਵਾਹ ਜੀ, ਬਿਸਮਿਲ੍ਲਾ। ਸਭ ਤੋਂ ਉਹ ਫੈਮਿਲੀ ਦੇ ਥੱਲੀ ਬਚ ਗਈ। ਹਾਂਜੀ ਬਿਲਕੁਲ। ਤੇ ਮੈਂ ਫਿਰ ਉਸ ਵੇਲੇ ਉਹਨਾਂ ਨੂੰ ਉਹ ਲੈਟਰ ਕੱਢ ਕੇ ਦੱਸਿਆ ਵੀ ਉਹ ਬੜਾ ਹੈਰਾਨ ਹੋਇਆ ਇਹ ਦੇਖ ਕੇ। जी, वो बड़ा हैरान होया कि यार तुम किस तरह चले गए वहां पे, तो मैंने तो तुम्हें बताया नहीं था। मैं क्या गुड्डू फिर इस तरह होया है ना। ਤੇ ਸਭ ਤੋਂ ਪਹਿਲੇ ਤੇ ਅੱਲਾਹ ਦਾ ਸ਼ੁਕਰ ਅਦਾ ਕੀਤਾ ਕਿ ਯਾਰ ਇਹ ਮੈਨੂੰ ਤੇ ਇਹ ਇੱਕ ਹਾਦਸਾਤੀ ਤੁਸੀਂ ਕਹਿ ਲਓ ਇੱਕ ਖੁੰਦਕ ਦਾ ਨਤੀਜਾ ਸੀ। ਦੂਜੇ ਚ ਫਿਰ ਤੁਸੀਂ ਪਾਸ ਹੋਏ, ਫਿਰ ਕੀ ਕੀਤਾ ਤੁਸੀਂ? ਬਿਲਕੁਲ ਉਸ ਤੋਂ ਬਾਅਦ ਉਸੇ ਆਡੀਸ਼ਨ ਵਿੱਚ ਹੋਇਆ। ਔਰ ਯਕੀਨ ਕਰੋ ਕਿ ਮੈਂ ਜਿਸ ਵੇਲੇ ਰੇਡੀਓ ਪਾਕਿਸਤਾਨ 1985 ਜੁਆਇਨ ਕੀਤਾ ਤੇ ਉਸ ਤੋਂ ਬਾਅਦ ਮੈਂ 2-3 ਵਾਰੀ ਮੈਂ ਕੋਸ਼ਿਸ਼ ਕਰ ਲਈ, ਲੇਕਿਨ ਗੁੱਡੂ ਜਿਹੜਾ ਨਾ ਉਹ ਦੂਸਰੀ ਵਾਰੀ ਵੀ ਫੇਲ ਹੋ ਗਿਆ ਸੀ। ਮਤਲਬ ਉਹ ਰੇਡੀਓ 'ਚ ਨਹੀਂ। ਜ਼ਹਿਰ ਹੈ ਜਿਹੜਾ ਬੰਦਾ ਬੇਈਮਾਨੀ ਕਰਦਾ ਹੈ, ਆਪਣੇ ਨਾਲ ਵਾਲੇ ਨਾਲ ਧੋਖਾ ਕਰਦਾ ਹੈ। ਚਲੋ ਬੇਈਮਾਨੀ ਜਾਂ ਧੋਖਾ ਤੇ ਨਹੀਂ ਕਹਿ ਸਕਦੇ, ਲੇਕਿਨ ਇੱਕ ਇਨਸਾਨੀ ਫਿਤਰਤ ਹੁੰਦੀ ਹੈ। ਮੈਂ ਕਿਹਾ ਸੀ ਨਾ ਜਿਸ ਤਰ੍ਹਾਂ ਕਿ ਇਨਸਾਨੀ ਫਿਤਰਤ ਹੁੰਦੀ ਹੈ ਕਿ ਉਹ ਕੋਸ਼ਿਸ਼ ਉਹਦੀ ਅਨਇੰਟੈਂਸ਼ਨਲੀ ਮੇਰੇ ਖਿਆਲ ਦੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਮੈਂ ਇਕੱਲਾ ਹੀ ਕਰ ਲਵਾਂ ਤੇ ਚੰਗਾ। ਗੁੱਡੂ ਪਿਛਾ ਰਹਿ ਗਿਆ, ਤੁਸੀਂ ਅੱਗੇ ਆ ਗਏ। ਬਸ ਯਾਨੀ ਕਿ ਇਸ ਤਰ੍ਹਾਂ ਤੁਸੀਂ ਇਹ ਸਮਝ ਲਓ ਕਿ ਮੈਨੂੰ ਇੱਕ ਇਸ ਤਰ੍ਹਾਂ ਦਾ ਇੱਕ ਹਾਦਸਾਤੀ ਆਪਣਾ ਆਣਾ ਕਹਿਣਾ ਕਿ ਜੀ ਰੇਡੀਓ ਪਾਕਿਸਤਾਨ। ਨਹੀਂ, ਤੁਹਾਡੇ ਦਿਲ ਵਿੱਚ ਤੁਹਾਡੀ ਨੇਚਰ 'ਚ ਇਹ ਮੌਜੂਦ ਹੈ ਨਾ, ਮੌਜੂਦ ਤੱਕ ਮੁਕਾਬਲਾ ਉਹ ਤੁਸੀਂ ਅੱਲਾਹ ਨੇ ਕੁਝ ਇਸ ਜ਼ਰੀਏ ਦੇ ਨਾਲ, ਇਸ ਸਿਲਸਿਲੇ ਦੇ ਨਾਲ ਉਹ ਕਰ ਦਿੱਤਾ। ਅੱਛਾ, ਪਹਿਲਾ ਪ੍ਰੋਗਰਾਮ ਫਿਰ ਕੀ ਕੀਤਾ ਤੁਸੀਂ? ਪਹਿਲਾ ਪ੍ਰੋਗਰਾਮ ਜੀ ਅਨਾਉਂਸਮੈਂਟਸ ਵਗੈਰਾ ਦਾ ਹੈ ਸੀ, ਜੋ ਕਿ ਪ੍ਰੋਗਰਾਮ ਜਿਸ ਨੂੰ ਕਹਿੰਦੇ ਨੇ ਇੱਕ ਘੰਟੇ ਦਾ ਅਨਾਉਂਸਮੈਂਟ ਦੇ ਨਾਲ ਮੌਸੀਕੀ ਦਾ ਇੱਕ ਪ੍ਰੋਗਰਾਮ ਹੁੰਦਾ ਸੀ। ਉਹਦੇ ਬਾਅਦ ਉੱਥੇ ਅੱਜਕੱਲ ਕਰਾਚੀ 'ਚ ਹੁੰਦੇ ਨੇ ਅਫਜ਼ਾਲ ਬੇਲਾ ਸਾਹਿਬ, ਇੱਕ ਬਹੁਤ ਕੀ ਵੱਡਾ ਆਦਮੀ ਯਾਰ, ਕੀ ਕਹਾਣੀ ਲਿਖਦਾ, ਬੜਾ ਨਾਮ ਹੈ ਉਹਨਾਂ ਦਾ ਇਸ ਹਵਾਲੇ ਨਾਲ, ਔਰ ਬੜੇ ਅਦੀਬ ਨੇ ਔਰ ਮੈਂ ਉਹਨਾਂ ਦਾ ਬੜਾ ਮਸ਼ਹੂਰ ਹਾਂ ਹਮੇਸ਼ਾ
ਕਿ ਉਹਨਾਂ ਨੇ ਫਿਰ ਉਹਨਾਂ ਕੋਲ ਇੱਕ ਪ੍ਰੋਗਰਾਮ ਹੁੰਦਾ ਸੀ ਸ਼ਹਿਰਨਾਮਾ, ਉਹਨਾਂ ਨੇ ਮੈਨੂੰ ਉਹ ਮਾਈਕ ਤੇ ਟੇਪ ਰਿਕਾਰਡਰ ਪੜਾ ਦਿੱਤਾ ਕਿ ਜਾ ਬੱਚੇ ਬਣਾ ਕੇ ਆਓ, ਫੰਕਸ਼ਨ ਵਿੱਚ ਜਾਇਆ ਕਰਦੇ ਉੱਥੇ ਪ੍ਰੋਗਰਾਮ ਬਣਾ ਕੇ ਲਿਆਇਆ ਕਰ। ਉਹ ਕੀਤਾ। ਉਸ ਤੋਂ ਬਾਅਦ ਇੱਕ ਦਿਨ ਜਿਸਲੇ ਪ੍ਰੋਗਰਾਮ ਦੀ ਰਿਕਾਰਡਿੰਗ ਕਰਕੇ ਰੱਖ ਰਹੇ ਸਨ ਤੇ ਅਫਜ਼ਾਲ ਬੇਲਾ ਸਾਹਿਬ ਕਹਿੰਦੇ ਨੇ ਯਾਰ ਜ਼ੁਬੈਰੀ ਇਹ ਮੈਂ ਤੈਨੂੰ ਇੱਕ ਗੱਲ ਦੱਸਾਂ ਕਿ ਤੇਰੀ ਆਵਾਜ਼ ਜਿਹੜੀ ਹੈ ਨਾ ਉਹ ਅਨਾਉਂਸਮੈਂਟ ਔਰ ਇਸ ਤਰ੍ਹਾਂ ਦੇ ਹਵਾਲੇ ਨਾਲ ਨਹੀਂ ਠੀਕ, ਤੂੰ ਜੋ ਮਰਜ਼ੀ ਕਰ ਲੈ, ਤੂੰ ਇੱਕ ਦਿਨ ਪੜ੍ਹਨੀਆਂ ਖਬਰਾਂ ਨੇ। ਅੱਛਾ, ਇਹ ਉਹਨਾਂ ਪੇਸ਼ਗੋਈ ਕਰ ਦਿੱਤੀ? ਜੀ ਬਿਲਕੁਲ। ਵਾਹ ਜੀ ਵਾਹ। ਤੇ ਮੈਂ ਕਿਹਾ ਜੀ ਅਫਜ਼ਾਲ ਬੇਲਾ ਸਾਹਿਬ ਕਿਸ ਤਰ੍ਹਾਂ ਮੈਂ ਖਬਰਾਂ ਪੜ੍ਹਨੀਆਂ ਨੇ, ਇੱਥੇ ਤੇ ਲੋਕਲ ਗੱਲ ਹੀ ਕੋਈ ਹੁੰਦੀ ਹੈ, ਕਦੀ ਕਦੀ ਕੋਈ ਖਬਰ ਹੁੰਦੀ ਹੈ, ਨਹੀਂ ਨਹੀਂ ਤੂੰ ਬੜੇ ਲੈਵਲ ਤੇ ਖਬਰਾਂ ਪੜ੍ਹਨੀਆਂ। ਅੱਛਾ, ਪੇਸ਼ਗੋਈ ਕਰ ਦਿੱਤੀ? ਪੇਸ਼ਗੋਈ ਕਰ ਦਿੱਤੀ। ਉਹਨਾਂ ਦੀ ਪੇਸ਼ਗੋਈ ਹੈ। ਔਰ ਉਸ ਤੋਂ ਬਾਅਦ 86 ਚ ਮੇਰਾ ਮੁਲਾਜ਼ਮਤ ਦੇ ਸਿਲਸਿਲੇ ਚ ਮੈਂ ਮੈਰੀਅਟ ਹੋਟਲ ਆ ਗਿਆ ਤੇ ਕੁਝ 6 ਮਹੀਨੇ ਨਾਲ ਗਵਾਂਢ। ਹਾਂਜੀ। ਅੱਛਾ ਵਾਹ। ਤੇ ਕੁਝ 6 ਮਹੀਨੇ ਤੇ ਜੌਬ ਦੀ ਵਜ੍ਹਾ ਨਾਲ ਕੋਈ ਸੈਟਲਮੈਂਟ ਨਹੀਂ ਲੱਗਾ ਰਿਹਾ। ਉਹਦੇ ਬਾਅਦ ਜਿਸ ਵੇਲੇ ਜ਼ਰਾ ਖਿਆਲ ਆਇਆ ਕਿ ਯਾਰ ਮੈਂ ਤੇ ਖਬਰਾਂ ਪੜ੍ਹਨੀਆਂ ਸਨ, 5-7 ਸਾਲ ਮੈਂ ਰੇਡੀਓ ਕੀਤਾ ਹੈ ਤੇ ਮੈਂ ਤੇ ਪੜ੍ਹਨੀਆਂ ਖਬਰਾਂ ਸਨ। ਅਫਜ਼ਾਲ ਬੇਲਾ ਸਾਹਿਬ ਨੇ ਕਿਹਾ। ਫਿਰ ਮੈਂ ਇੱਥੇ ਰੇਡੀਓ ਪਾਕਿਸਤਾਨ ਦਾ ਪਤਾ ਕੀਤਾ, ਇਸਲਾਮਾਬਾਦ ਆਇਆ ਤੇ ਬਸ ਉਹ ਤੁਸੀਂ ਪਹੁੰਚੇ ਤੇ ਤੁਸੀਂ ਤਾਂ ਅੱਗੇ ਹੀ ਪਾਸ ਸੀ। ਬਿਲਕੁਲ। ਤੁਸੀਂ ਦੱਸਿਆ ਉਹਨਾਂ ਨੂੰ? 1988 ਚ ਮੈਂ ਨਿਊਜ਼ ਦਾ ਆਡੀਸ਼ਨ ਦਿੱਤਾ ਔਰ ਉਸੇ ਵੇਲੇ ਹੀ ਉਹਨਾਂ ਨੇ ਕਿਹਾ ਜੀ ਅਗਲੇ ਦਿਨ ਆ ਜਾਓ ਤੁਸੀਂ ਨਿਊਜ਼ ਵਾਸਤੇ। ਤੇ 1988 ਤੋਂ ਲੈ ਕੇ ਅਲਹਮਦੁਲਿਲਾ ਇਹ 2000 ਜੀ ਆ ਗਿਆ। ਹੁਣ ਤੱਕ ਖਬਰਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਵਾਹ। ਔਰ ਇਹ ਮੇਰੀ ਰੇਡੀਓ ਪਾਕਿਸਤਾਨ। ਅੱਛਾ, ਇਹ ਤੇ ਚਲੋ ਹੋ ਗਿਆ ਨਾ ਸਾਰਾ ਕੁਝ। ਕੁੜਦੇ ਛੁੜਦੇ ਤੇ ਤੁਸੀਂ ਵੀ ਆਓ, ਮੈਂ ਵੀ ਕੁੜਦਾ ਰਹਿਣਾ, ਇਹ ਕੀ ਹੋ ਗਿਆ, ਇਹ ਕੀ ਹੋ ਗਿਆ, ਪਿੱਛੇ ਰਹਿ ਗਿਆ, ਪਾਕਿਸਤਾਨ ਪਿੱਛਾ ਰਹਿ ਗਿਆ, ਦੁਨੀਆ ਅਗਾਂ ਟੁੱਟਦੀ ਹੈ, ਇਹ ਹੋ ਗਿਆ, ਉਹ ਹੋ ਗਿਆ। ਇਸ ਸਾਰੇ ਮਾਮਲੇ ਨੂੰ ਅਸੀਂ ਕਿਸ ਤਰ੍ਹਾਂ ਜਿਹੜਾ ਜ਼ਾਹਿਰ ਹੈ ਇੱਕ ਬੰਦਾ ਆਮ ਆਦਮੀ ਜਿਹੜਾ ਦੁਖੀ ਹੁੰਦਾ ਹੈ ਤੇ ਉਹ ਇਸ ਸਾਰੇ ਮਾਮਲੇ ਨੂੰ ਦੇਖਦਾ ਹੈ, ਇਹ ਕੀ ਸਾਡੇ ਨਾਲ ਕੋਈ ਅਮਰੀਕਾ ਨੇ ਹੱਥ ਕਰ ਦਿੱਤਾ ਹੈ, ਬਰਤਾਨੀਆ ਨੇ ਹੱਥ ਕਰ ਦਿੱਤਾ ਹੈ, ਜਾਂ ਅਸੀਂ ਆਪੂ ਹੱਥ ਕਰ ਦਿੱਤਾ? मेरा ख्याल है लतीफ साहब ਅਸੀਂ ਆਪ ਆਪਣੇ ਨਾਲ ਹੱਥ ਕਰ ਦਿੱਤਾ ਆਸਤਾ ਆਸਤਾ। इस घर को आग लग गई घर के चराग से। ਜ਼ਾਤੀ ਤੌਰ ਤੇ ਇਸ ਹਵਾਲੇ ਨਾਲ ਇਹ ਸਮਝਣਾ ਕਿ ਅਸੀਂ ਜਿਹੜਾ ਇਸ ਸਾਰੇ ਮਾਮਲੇ 'ਚ ਨਾ ਹੁਣ ਅਸੀਂ ਕਸੂਰਵਾਰ ਹੈਗੇ, ਖੁਦ ਹੈਗੇ ਹਾਂ। ਔਰ ਉਹਦੀ ਸਭ ਤੋਂ ਬੜੀ ਵਜ੍ਹਾ ਜਿਹੜੀ ਹੈ ਨਾ, ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਆਸਤਾ ਆਸਤਾ ਦੀਨ ਦੀ ਦੂਰੀ ਨਾਲ ਅਸੀਂ ਆਪਣੇ ਆਪ ਨੂੰ ਜਿਹੜਾ ਨਾ ਉਹ ਇਸ ਦੁਨੀਆ ਦਾ ਜਿਹੜਾ ਇੱਕ ਦੁਨੀਆ ਦੇ ਥੋੜਾ ਜਿਹਾ ਜਿਹੜਾ ਅਰਸਾ ਹੈ, ਦੁਨੀਆਦਾਰੀ ਚੌਖੀ ਹੋ ਗਈ। ਹਾਂਜੀ, ਅਸੀਂ ਆਪਣੇ ਆਪ ਨੂੰ ਨਾ ਉਸ ਦੁਨੀਆ ਦੇ ਇਸ ਦਲਦਲ ਵਿੱਚ ਜਿਹੜਾ ਨਾ ਫਸਾ ਦਿੱਤਾ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਜਿਹੜਾ ਨਾ ਜੋ ਕੁਝ ਵੀ ਅੱਛਾ ਮਿਨ ਹੈਸਲ ਕੌਮ ਅਸੀਂ ਦੁਨੀਆਦਾਰੀ 'ਚ ਫਸ ਗਏ, ਜ਼ਾਤੀ ਹਸੀਅਤ ਨਾਲ ਵੀ ਤੇ ਮਿਨ ਹੈਸਲ ਕੌਮ ਵੀ ਅਸੀਂ ਦੁਨੀਆਦਾਰੀ 'ਚ ਉਹ ਕੀ ਕਹੇਗਾ, ਉਹ ਕੀ ਕਹੇਗਾ, ਇਹ ਹੁੰਦਾ ਪਿਆ, ਉਹ ਹੁੰਦਾ ਪਿਆ, ਆਪਣਾ ਆਪ ਨਹੀਂ ਤੱਕਿਆ। ਔਰ ਅਸੀਂ ਜਿਹੜਾ ਨਾ ਉਹ ਇੱਕ ਘਰ ਦੇ ਅਫਰਾਦ ਵੀ ਤੇ ਫਿਰ ਉਹ ਉਸੇ ਤਰ੍ਹਾਂ ਮੁਹੱਲਾ ਔਰ ਉਸੇ ਤਰ੍ਹਾਂ ਸ਼ਹਿਰ ਵੱਡਾ ਹੁੰਦਾ ਜਾਏਗਾ, ਉਸੇ ਤਰ੍ਹਾਂ ਪੂਰਾ ਮੁਲਕ ਜਿਹੜਾ ਨਾ ਉਸ ਲਪੇਟ ਵਿੱਚ ਆ ਗਿਆ ਕਿ ਅਸੀਂ ਸਵੇਰ ਉੱਠਦੇ ਹਾਂ ਤੇ ਸਿਰਫ ਇਹ ਸੋਚਦੇ ਹਾਂ ਬੇਈਮਾਨੀ ਤੇਰਾ ਆਸਰਾ ਕਿ ਅਸੀਂ ਕੀ ਕਰਨਾ, ਕਿਸ ਨੂੰ ਜਾ ਕੇ ਕੱਟਣਾ ਹੈ, ਕਿਸੇ ਨੂੰ ਜਾ ਕੇ ਧੋਖਾ ਕਰਨਾ ਹੈ, ਇਹ ਪਲਾਟ ਲੈਣਾ ਹੈ, ਉਹ ਮਕਾਨ ਲੈਣਾ ਹੈ, ਇਹ ਫਲਾਹ ਕਰਨਾ ਹੈ। ਨਾ ਇਹ ਪਤਾ ਹੈ ਕਿ ਜੀ ਕੱਲ ਮਰਨਾ ਵੀ ਅਸੀਂ। ਹਾਂਜੀ ਬਿਲਕੁਲ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਸੀਂ ਇਸ ਚੀਜ਼ ਬਿਲਕੁਲ ਨਜ਼ਰਅੰਦਾਜ਼ ਕਰ ਬਹਿ ਗਏ ਔਰ ਅਸੀਂ ਇਸ ਦਾ ਨੁਕਸਾਨ ਇਸ ਹੱਦ ਤੱਕ ਅਸੀਂ ਇਹਦੇ ਵਿੱਚ ਡੁੱਬ ਗਏ ਹਾਂ ਕਿ ਅਸੀਂ ਆਪਣੀ ਆਲ ਔਲਾਦ ਨੂੰ ਭੁੱਲ ਗਏ ਹਾਂ ਕਿ ਯਾਰ ਉਹ ਬੱਚਾ ਮੇਰਾ ਯੂਨੀਵਰਸਿਟੀ ਜਾ ਰਿਹਾ ਹੈ, ਸਵੇਰ ਉਹਨੇ ਕਿਸ ਤਰ੍ਹਾਂ ਜਾਣਾ, ਕਿੱਥੇ ਕੀ ਕਰਦਾ ਹੈ ਸਾਰਾ ਦਿਨ, ਉੱਥੇ ਕੀ ਕਰ ਰਿਹਾ। ਨਹੀਂ ਸਾਨੂੰ ਆਪਣੀ ਪਈ ਹੈ ਕਿ ਅਸੀਂ ਜਾ ਕੇ ਉਹ ਫਲਾਂ ਪਲਾਟ ਦਾ ਇਸ ਤਰ੍ਹਾਂ ਧੋਖਾ ਕਰਨਾ, ਇੱਕ ਨੌਕਰੀ 'ਚ ਜਾ ਕੇ ਇਸ ਤਰ੍ਹਾਂ ਜਨਾਬ ਚਾਹ ਸ਼ਾਹ ਪੀਣੀ ਔਰ ਟਾਈਮ ਗੁਜ਼ਾਰਨਾ ਔਰ ਤਨਖਾਹ ਲੈਣੀ ਔਰ ਆਪਣੀ ਪ੍ਰਮੋਸ਼ਨ ਔਰ ਤਰੱਕੀ ਔਰ ਇਹ ਚੀਜ਼ਾਂ ਦੇਖਣੀਆਂ ਨੇ, ਕੌਣੀ ਮਾਰਨੀ ਹੈ ਤੇ ਬਸ ਇਸ ਤਰ੍ਹਾਂ ਦਾ ਕੁਝ ਕੰਮ ਕਰਨਾ ਹੈ। ਤੇ ਹਾਏ ਇਹ ਦੁਖੀ ਕਰ ਦੇਣ ਵਾਲੀ ਸੂਰਤ ਹਾਲਤ ਹੈ। ਲੇਕਿਨ ਤੁਸੀਂ ਕੀ ਸਮਝੋ ਪਏ ਇਹਦਾ ਇਲਾਜ ਕੀ ਹੈ? ਦੇਖੋ, ਇਹ ਹੁਣ ਮੌਜੂਦਾ ਕਿਸੇ ਵੀ ਗਵਰਨਮੈਂਟ ਨੂੰ ਮੇਰਾ ਖਿਆਲ ਹੈ ਕਿ ਇਸ ਦਾ ਇਲਜ਼ਾਮ ਦੇਣਾ ਮੇਰੇ ਨਜ਼ਦੀਕ ਹੁਣ ਨਹੀਂ ਬਣਦਾ, ਕਿਉਂਕਿ ਦੁੱਧ 'ਚ ਪਾਣੀ ਕੌਣ ਮਿਲਾਉਂਦਾ? ਮੈਂ ਮਿਲਾਉਣਾ ਜੀ। ਇਹ ਨਾ ਆਰਮੀ ਚੀਫ ਮਿਲਾਉਂਦਾ ਤੇ ਨਾ ਚੀਫ ਜਸਟਿਸ ਮਿਲਾਉਂਦਾ ਤੇ ਨਾ ਚੀਫ ਐਗਜ਼ੈਕਟਿਵ ਮਿਲਾਉਂਦਾ, ਮੈਂ ਮਿਲਾਉਣਾ। ਬਿਲਕੁਲ ਠੀਕ। ਇਹ ਦੁਨੀਆ ਜਾਣ ਦੀ ਮਿਲਾਵਟਾਂ ਸਾਰੀ ਅਸੀਂ ਆਪ ਕਰਨੇ ਆ, ਦੁਨੀਆ ਜਾਣ ਦੇ ਚੱਕਰ ਧੋਖੇ ਸਾਰੀ ਚੀਜ਼ਾਂ ਜਿਹੜੀਆਂ ਅਸੀਂ ਹੁਣ ਆਪ ਕਰਨੇ ਆ। ਤੇ ਗਵਰਨਮੈਂਟ ਅਗਰ ਕਿਸੇ ਭਲਾਈ ਦੇ ਕੰਮ ਵਿੱਚ ਆਂਦੀ ਵੀ ਹੈ, ਠੀਕ ਹੈ ਨਾ, ਤੇ ਅਸੀਂ ਕਹਿੰਦੇ ਯਾਰ ਇਹਦੇ 'ਚ ਕਿਹੜਾ ਕੋਈ ਸ਼ਾਰਟਕਟ ਲੱਭ ਜਾਏ, ਸਾਨੂੰ ਇਹ ਟੋਲ ਟੈਕਸ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜੀ ਦੇਣਾ ਪਵੇ ਜਾਂ ਨਾ ਹੀ ਦੇਣਾ ਪਵੇ। ਅਸੀਂ ਆਪਣੀ ਇਮਾਰਤ ਝਾੜਨੇ ਆ, ਕਾਰਡ ਵਿਖਾਣੇ ਆ, ਫਲਾਹ ਕਰਨੇ ਆ, ਅਸੀਂ ਦੇਣਾ ਹੀ ਨਹੀਂ ਚਾਹਦੇ। ਟੈਕਸ ਚੋਰੀ ਕਰ ਲਿਆ, ਟੈਕਸ ਚੋਰੀ ਕਰਨਾ ਚਾਹਦੇ ਤੇ ਅਸੀਂ ਜਨਾਬ ਹਰ ਚੀਜ਼ ਵਿੱਚ ਸ਼ਾਰਟਕਟ ਢੂੰਢ ਕੇ ਤੇ ਵਾਕਫੀਅਤ
ਮੇਰਾ ਫਲਾਂ ਵਾਕਿਫ ਹੈ, ਮੇਰਾ ਫਲਾਂ ਵਾਕਿਫ ਹੈ, ਤੇ ਹਰ ਜਗ੍ਹਾ ਬਸ ਇਹ ਅਸੀਂ ਸਿਲਸਿਲੇ 'ਚ ਲੱਗੇ ਰਹਿੰਦੇ ਹਾਂ। ਕਦੀ ਅਸੀਂ ਇਹ ਨਹੀਂ ਸੋਚਿਆ ਕਿ ਅਸੀਂ ਪ੍ਰੋਪਰ ਤਰੀਕੇ ਨਾਲ ਟੈਕਸ ਦੇਵਾਂਗੇ, ਆਪਣੇ ਮੁਲਕ ਦੇ ਬਾਰੇ ਕਰਾਂਗੇ, ਆਪਣੀ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਵਾਂਗੇ, ਤੇ ਇਹ ਸੋਚ ਪੈਦਾ ਹੋ ਜਾਏ ਕਿ ਅਸੀਂ ਸਾਡੀ ਇਸ ਮਿਹਨਤ ਨਾਲ, ਸਾਡੇ ਇਸ ਕੰਮ ਨਾਲ ਇਹ ਦਫ਼ਤਰ ਤਰੱਕੀ ਕਰੇਗਾ ਤੇ ਇਹ ਮੁਲਕ ਤਰੱਕੀ ਕਰੇਗਾ, ਤੇ ਇਸ ਦੇ ਨਾਲ ਵਸਾਇਲ ਇਕੱਠੇ ਹੋਣਗੇ ਤੇ ਸਾਰਾ ਕੁਝ ਹੋਏਗਾ। ਔਰ ਉਸ ਦੇ ਨਾਲ ਨਾਲ ਉਹ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੋਈ ਹੈ ਕਿ ਉਹ 5 ਵਕਤ ਨਮਾਜ਼ ਪੜ੍ਹੇ, ਅੱਲਾ ਨੂੰ ਯਾਦ ਰੱਖੇ, ਅੱਲਾ ਤੇ ਭਰੋਸਾ ਕਰੇ ਨਾ। ਅਸੀਂ ਬੰਦਿਆਂ ਦੇ ਇੱਕ ਦੂਸਰੇ ਦੇ ਉੱਤੇ ਭਰੋਸਾ ਕਰਨਾ ਸ਼ੁਰੂ ਕਰ ਅੱਲਾ ਨੂੰ ਛੱਡ ਦਿੱਤਾ ਤੇ ਆਪਣੇ ਚੱਕਰਾਂ 'ਚ ਪੈ ਗਿਆ। ਅੱਛਾ, ਇੱਕ ਹੋਰ ਗੱਲ ਹੈ, ਜ਼ਾਹਿਰ ਹੈ ਦੁਨੀਆ ਮੈਂ ਇਹਦੇ ਵਿੱਚ ਕਸ਼ਮੀਰ ਵੀ ਹੈ, ਇਹਦੇ ਵਿੱਚ ਫਲਸਤੀਨ ਵੀ ਹੈ, ਇਹਦੇ 'ਚ ਅਮਰੀਕਾ ਵੀ ਹੈ, ਚੀਨ ਵੀ ਹੈ, ਰੂਸ ਵੀ ਹੈ, ਉਹ ਇੱਕ ਪੂਰਾ ਹਾਇਰਾਰਕੀ ਹੈ ਜਿਹਨੂੰ ਕਹਿੰਦੇ ਨੇ ਆਲਮੀ ਇਸਟੈਬਲਿਸ਼ਮੈਂਟ ਹੈ। ਫਿਰ ਉਹ ਮਾਈਕਰੋ ਤੋਂ ਲੈ ਵੀ ਤੇ ਛੋਟੇ ਲੋਕ ਇੰਤਜ਼ਾਮੀ ਮਾਮਲਾਤ ਚੱਲਦੇ ਨੇ। ਤੇ ਤੁਸੀਂ ਕੀ ਸਮਝਦੇ ਹੋ ਕਿ ਅਸੀਂ ਕਿਆ ਇਹ ਜਿਹੜੀ ਵਾਰ ਬਿਜ਼ਨਸ ਹੈ, ਇਹ ਜਿਹੜੀ ਤਕਸੀਮ ਹੈ, ਇਹ ਜਿਹੜਾ ਸਾਰਾ ਧੰਦਾ ਹੈ, ਇਹ ਕਦੋਂ ਮੁੱਕੇਗਾ? ਟੈਰਰ ਬਿਜ਼ਨਸ ਕਦੋਂ ਮੁੱਕੇਗਾ? ਤੇ ਸਾਰੀ ਦੁਨੀਆ ਜਿਹੜੀ ਹੈ ਉਹ ਜਿਹਨੂੰ ਕਹਿੰਦੇ ਨੇ ਆਲਾ ਇਨਸਾਨੀ ਇਕਦਾਰ ਤੇ ਹਿਊਮਨ ਰਾਈਟਸ, ਫਲਾਣਾ ਬੰਦਾ, ਇਹ ਬੰਦਾ, ਇਹ ਸਾਰੇ ਬੰਦਿਆਂ ਨੂੰ ਵੱਡੇ ਮੁਲਕਾਂ ਲਈ ਕਦੋਂ ਬੰਦਾ ਸਮਝਣਗੇ ਨਿੱਕੀਆਂ ਮੁਲਕਾਂ ਨੂੰ? ਦੇਖੋ, ਉਹਦੇ 'ਚ ਤੇ ਇਹ ਹੈ ਨਾ ਕਿ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਇਹਦੇ 'ਚ ਤੇ ਹੁਕੂਮਤੀ ਪਾਲਿਸੀਆਂ ਦਾ ਅਮਲ ਦਖਲ ਜ਼ਿਆਦਾ ਆ ਜਾਂਦਾ ਹੈ। ਠੀਕ ਹੈ। ਉਹਦੇ 'ਚ ਅਗਰ ਤੁਸੀਂ ਇਹ ਦੇਖੋ ਕਿ ਅਸੀਂ ਅਗਰ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਨਾਜ਼ਿਲ ਕੌਮ ਸਾਨੂੰ ਠੀਕ ਹੋਣਾ ਚਾਹੀਦਾ, ਅਸੀਂ ਠੀਕ ਹੋਵਾਂਗੇ ਤੇ ਉਸੇ ਹਿਸਾਬ ਨਾਲ ਆਪਣੇ ਨੁਮਾਇੰਦੇ ਵੀ ਮੁੰਤਖਬ ਕਰਾਂਗੇ। ਉਹ ਨੁਮਾਇੰਦੇ ਮੁੰਤਖਬ ਕਰਾਂਗੇ ਜਿਹੜੇ ਇਨ ਤਮਾਮ ਦੂਰਅੰਦੇਸ਼ੀਆਂ ਨੂੰ ਔਰ हुकूमती सतह ते इन्हां चीज़ां नूं आलमी मामलात कर सकते हो, आलमी मामलात नूं देखणगे, उन्हां नूं असी इस तरह दा माहौल देंगे कि वो सुकून और तसल्ली नाल साडी भी फलाह बहबूद दे बारे च कुछ कर सकन, और जिहड़ी ये आलमी तनाजुर उसदे उत्ते भी नज़र रख सकन और उसदे मुताबिक जिहड़े ने वो फैसले कर सकन। मतलब मेरा कहना ਦਾ ਇਹ ਹੈ ਕਿ ਇਹ ਸਾਰੀ ਜਿਹੜੀ ਸੂਰਤ ਹਾਲ ਹੈ ਜਾਂ ਦਹਿਸ਼ਤਗਰਦੀ ਹੈ, ਮੈਂ ਤੇ ਕੋਈ ਪਿਸਤੌਲ ਚੁੱਕ ਕੇ ਨਹੀਂ ਚਲਾ ਜਾਣਾ ਨਾ ਕਿ ਕਿਸੇ ਦਹਿਸ਼ਤਗਰਦ ਨੂੰ ਮਾਰਨ, ਇਹ ਮੇਰਾ ਕੰਮ ਨਹੀਂ ਹੈ। ਠੀਕ ਹੈ, ਲੇਕਿਨ ਇਹ ਹੈ ਕਿ ਇਹ ਜਿਹੜੀ ਸੂਰਤ ਹਾਲ ਹੈ ਅਸੀਂ ਗਵਰਨਮੈਂਟ ਨੂੰ ਇਸ ਤਰ੍ਹਾਂ ਦੀ ਸਪੋਰਟ ਫਰਾਹਮ ਕਰ ਸਕਨੇ ਆ, ਇੱਕ ਪੁਰਅਮਨ ਮੁਆਸ਼ਰੇ ਦੀ ਸ਼ਕਲ ਵਿੱਚ ਇੱਕ ਐਸਾ ਮਾਹੌਲ ਫਰਾਹਮ ਕਰ ਸਕਨੇ ਆ ਕਿ ਜਿਹਦੇ ਵਿੱਚ ਉਹ ਇਹਨਾਂ ਚੀਜ਼ਾਂ ਨੂੰ ਵੀ ਬਿਹਤਰ ਤਰੀਕੇ ਨਾਲ ਸਮਝਣ। ਔਰ ਜਿਸ ਤਰ੍ਹਾਂ ਦੇਖੋ ਨਾ, ਰੋਜ਼ ਬੰਦੇ ਮਰਦੇ ਨੇ ਪਏ, ਉਹ ਦਹਿਸ਼ਤਗਰਦ ਫੇਰ ਸਿਰ ਕੱਢ ਕੇ ਆ ਜਾਂਦੇ ਨੇ। ਨਾ ਮੇਰੇ ਨਜ਼ਦੀਕ ਨਾ ਉਹ ਬੰਦੇ ਹੈਗੇ ਨਾ ਉਹ ਮੁਸਲਮਾਨ ਹੈਗੇ, ਮੇਰੇ ਨਜ਼ਦੀਕ ਤੋਂ ਇਨਸਾਨ ਵੀ ਨਹੀਂ ਹੈਗੇ ਜਿਹੜਾ ਕਿਸੇ ਨੂੰ ਮਾਰਦਾ। ਤਾਂ ਸਾਡਾ ਦੀਨ ਸਿੱਧਾ ਬਿਲਕੁਲ ਕਹਿੰਦਾ ਹੈ ਇੱਕ ਇਨਸਾਨ ਨੂੰ ਬਚਾਇਆ, ਪੂਰੀ ਇਨਸਾਨੀਅਤ ਨੂੰ ਬਚਾਇਆ, ਤੇ ਇੱਕ ਇਨਸਾਨ ਨੂੰ ਮਾਰਿਆ ਤੇ ਪੂਰੀ ਇਨਸਾਨੀਅਤ ਦਾ ਕਤਲ ਕੀਤਾ ਤੁਸੀਂ। ਸਾਡੀ ਕਮਜ਼ੋਰੀਆਂ ਤੋਂ ਫਾਇਦਾ ਚੁੱਕਦੇ ਨੇ ਨਾ ਜੀ। ਹਾਂ, ਔਰ ਤੁਸੀਂ ਕੀ ਸਮਝਦੇ ਹੋ ਵੀ ਅਸੀਂ ਜਿਹੜੇ ਆਲਮੀ ਤੌਰ ਤੇ ਮਸਲਨ ਨਾਲ ਹੈ ਸਾਡੇ ਅਫਗਾਨਿਸਤਾਨ ਹੈ, ਉੱਥੇ ਉਹ ਉਸਾਮਾ ਆ ਗਿਆ ਸੀ, ਫਿਰ ਉਹ ਵਾਰ ਟੈਰਰ ਜਿਹੜਾ ਚੱਲਦਾ ਰਿਹਾ, ਫਿਰ ਅਸਾਂ ਪ੍ਰਾਕਸੀਆਂ ਚੱਲਦੀਆਂ ਰਹੀਆਂ, ਤੇ ਹੁਣ ਸਾਨੂੰ ਪਰਾਈ ਅੱਗ 'ਚ ਕੁੱਦਣ ਦਾ ਜਿਹੜਾ ਸ਼ੌਕ ਸੀ ਉਹ ਹੁਣ ਮੇਰੇ ਖਿਆਲ ਹੈ ਮੱਠਾ ਨਹੀਂ ਹੋ ਗਿਆ। ਮੱਠਾ ਹੋ ਗਿਆ। ਜ਼ਾਹਿਰ ਹੈ ਕਿ ਉਸਦੇ ਨਤਾਇਜ ਜਿਹੜੇ ਨੇ ਉਹ ਦੇਖ ਲੈਣੇ ਅਸੀਂ ਕਿ ਇਸ ਸਾਰੀ ਸੂਰਤ ਹਾਲ ਦੇ ਵਿੱਚ ਸਾਨੂੰ ਕੀ ਫਾਇਦਾ ਹੋਇਆ ਤੇ ਕੀ ਨੁਕਸਾਨ ਹੋਇਆ। ਅੱਛਾ, ਤੁਸੀਂ ਹੁਣ ਕੀ ਸਮਝਦੇ ਹੋ ਵੀ ਇਹ ਸਾਰਾ ਮਾਮਲਾ ਜਿਹੜਾ ਹੈ ਇਹ ਜਨਾਬੇ ਟਰੰਪ ਹੁਣ ਤਸ਼ਰੀਫ ਲੈ ਆਏ ਨੇ, ਉਹ ਪਹਿਲਾਂ ਪਿਛਲੀ ਵਾਰੀ ਵੀ ਉਹਨੂੰ ਆਖਿਆ ਸੀ ਮੈਂ ਸਾਲਸ ਬਣਨਾ ਵਾ ਤੇ ਮੈਂ ਕਸ਼ਮੀਰ ਦਾ ਮਸਲਾ ਵੀ ਹੱਲ ਕਰਾ ਦੇਣਾ, ਉਹ ਫਲਸਤੀਨ ਦਾ ਮਸਲਾ ਤੇ ਇਸਰਾਈਲ ਦਾ ਮਸਲਾ ਵੀ ਹੱਲ ਕਰਾਉਣ ਵਾਸਤੇ ਉਹ ਗਏ ਸਨ। ਹੁਣ ਉਹ ਆਏ ਨੇ ਤੇ ਉਹਨਾਂ ਜੰਗਬੰਦੀ ਸ਼ੰਦੀ ਵੀ ਕਰਵਾ ਲਈ ਗਏ ਤੇ ਤਬਾਦਲੇ ਵੀ ਹੋਣ ਲੱਗ ਪਏ, ਕੁਝ ਬੰਦੇ ਇੱਧਰ ਆਉਣ ਲੱਗ ਪਏ, ਕੁਝ ਉਹ ਕੈਦੀ ਹੋਣ ਲੱਗੇ। ਤੇ ਮੈਂ ਪੁਰ ਉਮੀਦ ਜਿਹਾ ਬੰਦਾ ਵਾਂ, ਤੁਸੀਂ ਵੀ ਚਾਹੁੰਦੇ ਹੋ ਕਿ ਪੂਰੀ ਦੁਨੀਆ ਜਿਹੜੀ ਅਮਨ ਦਾ ਗਹਿਵਾਰਾ ਬਣ ਜਾਏ, ਜੰਗ ਨੂੰ ਚੁੱਕ ਲਿਆ ਜਾਏ, ਔਰ ਲੋਕ ਆਪਣੇ ਜਿਹੜੇ ਉਹਨਾਂ ਦੇ ਰਹਿਣ ਬਹਿਣ ਦੇ ਮਾਮਲਾਤ ਲੋਕਾਂ ਦੇ, ਉਹਨਾਂ ਇਹ ਵੀ ਕਿਹਾ ਕਿ ਜਿਹੜਾ ਅਮਰੀਕਾ ਹੈ ਅਸੀਂ ਬਿਲਾ ਵਜ੍ਹਾ ਦੇ ਪੰਗੇ ਲੈਂਦੇ ਰਹੇ ਇੱਧਰ ਉੱਧਰ ਜਾ ਕੇ ਤੇ ਆਪਣੇ ਆਪ ਨੂੰ ਖਰਾਬ ਕੀਤਾ। ਹੁਣ ਉਹ ਆਪਣੀਆਂ ਸਰਹੱਦਾਂ ਦੀ ਵੀ ਗੱਲ ਕਰਦੇ ਪਏ, ਗੈਰ ਕਾਨੂੰਨੀ ਬੰਦਿਆਂ ਨੂੰ ਵੀ ਲੱਗੇ ਕੱਢਣ, ਤੇ ਸਾਰੀ ਦੁਨੀਆ ਨੂੰ ਇਹ ਚਾਹੀਦਾ ਕਿ ਆਪਣੇ ਆਪਣੇ ਗੈਰ ਕਾਨੂੰਨੀ ਬੰਦੇ ਜਿਹੜੇ ਨੂੰ ਜਾਣ ਤੇ ਜਿਹੜੇ ਕਾਨੂੰਨੀ ਲੋਕ ਨੇ ਜਾਂ ਤਰੀਕੇ ਨਾਲ ਉਹ ਰਹਿਣ, ਤੇ ਦੁਨੀਆ ਦਾ ਜਿਸ ਤਰ੍ਹਾਂ ਆਪੇ ਚ ਲੈਣ ਦੇਣ ਹੈ, ਕਿਉਂਕਿ ਆਈਸੋਲੇਸ਼ਨ ਤੇ ਕੋਈ ਵੀ ਨਹੀਂ ਰਹਿ ਸਕਦਾ, ਸਾਰੀ ਦੁਨੀਆ ਨਾਲ ਮਾਮਲਾਤ ਸਾਡੇ ਹੋ ਸਕਦੇ ਨੇ। ਤੇ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਬਿਲਾ ਵਜ੍ਹਾ ਦਾ ਖੌਫ ਹੈ, ਬਿਲਾ ਵਜ੍ਹਾ ਦਾ ਅਜ਼ਾਬ ਹੈ, ਉਸ ਚੋਂ ਨਿਕਲ ਕੇ ਤੇ ਦੁਨੀਆ ਦੇ ਨਾਲ ਇੱਕ ਇਨਸਾਨੀ ਸਤਹ ਤੇ, ਜਿਸ ਤਰ੍ਹਾਂ ਹਜ਼ੂਰ ਦੇ ਜ਼ਮਾਨੇ 'ਚ ਉਸ ਤੋਂ ਪਹਿਲਾਂ ਵੀ ਲੋਕ ਤਜਾਰਤ ਵੀ ਕਰਦੇ ਸਨ, ਆਉਣ ਜਾਣ ਵੀ ਐਸੀ ਸਫਾਰਤੀ ਤਲਕਾਤ ਵੀ ਹੁੰਦੇ ਸਨ, ਤੁਸੀਂ ਕੀ ਸਮਝਦੇ ਹੋ ਕਿ ਹੁਣ ਅਸੀਂ ਦੁਬਾਰਾ ਤੋਂ ਉਹ ਇਨਸਾਨੀ ਸਤਹ ਦੇ ਇੱਕ ਦੂਜੇ ਨਾਲ ਮਾਮਲਾਤ ਕਰ ਸਕਨੇ ਆ? ਇਹਦੇ ਨਾਲ ਲੜਾਈ, ਉਹਦੇ ਨਾਲ ਲੜਾਈ, ਦੋਸਤ ਵਧਾਓ ਦੁਸ਼ਮਣ ਘਟਾਓ। ਦੇਖੋ, ਅਮਰੀਕਾ ਦਾ ਜਿਹੜਾ ਪਾਲਿਸੀ ਹਮੇਸ਼ਾ ਨਾਲ ਰਹੀ ਹੈ ਨਾ, ਉਹ
ਕਹਿੰਦਾ ਕੁਛ ਹੈ ਬਾਜ਼ ਔਕਾਤ ਤੇ ਉਹ ਕਰਦਾ ਕੁਝ ਹੈ। ਅੱਛਾ, ਦੋਗਲਾਪਨ ਉਹਦੇ ਚ ਸਾਨੂੰ ਹਮੇਸ਼ਾ ਮਹਿਸੂਸ ਹੋਇਆ। ਲੇਕਿਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਟਰੰਪ ਜਿਹੜਾ ਜਿਸ ਤਰ੍ਹਾਂ ਦੀ ਉਸਦੀ ਫਿਲਹਾਲ ਕੰਪੇਨ ਦੇ ਜ਼ਮਾਨੇ 'ਚ ਵੀ ਜਿਸ ਤਰ੍ਹਾਂ ਦੀ ਗੱਲਾਂ, ਹਲੇ ਵੀ ਮੈਂ ਸਮਝਣਾ ਕਿ ਥੋੜਾ ਬਹੁਤ ਹੋ ਜੇ ਮੈਨੂੰ ਉਤਾਰ ਚੜਾਓ ਫੀਲ ਹੋ ਰਿਹਾ ਹੈ ਹਲੇ ਵੀ ਕਿ ਜੀ ਉਹ मैं अमन काम कर देंगे, मैं इस तरह करूंगा, लेकिन आपको ड्रामा भी लगता है कई बार। हाँ जी, ये थोड़ा और टाइम गुजरेगा तो मेरा ख्याल है को सही पता लगेगा कि ये सूरत हाल हो जिस तरह कह रहा है। बज़ाहिर ते पॉलिसियां होंदियां ਜਿਹੜੀਆਂ ਨੇ ਉਹ ਨਿਸਬਤਨ ਠੀਕ ਹਨ, ਨਿਸਬਤਨ ਅੱਛੀ ਨਜ਼ਰ ਆ ਰਹੀਆਂ ਨੇ, ਲੇਕਿਨ ਇਹ ਕਿ ਥੋੜਾ ਹੋਰ ਵਕਤ ਗੁਜ਼ਰੇਗਾ ਫਿਰ ਪਤਾ ਲੱਗੇਗਾ ਵੀ ਉਹ ਆਪਣਾ ਰੰਗ ਦਿਖਾਏਗਾ ਜਾਂ ਨਹੀਂ। ਅਗਰ ਉਹ ਰੰਗ ਨਾ ਦਿਖਾਇਆ ਤੇ ਫਿਰ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਬਿਹਤਰ ਅੰਦਾਜ਼ ਨਾਲ ਹੋਵੇ, ਕਿਉਂਕਿ ਹਮੇਸ਼ਾ ਪਾਕਿਸਤਾਨ ਦੀ ਤੇ ਤੁਹਾਨੂੰ ਪਤਾ ਹੈ ਹਰ ਸਤ੍ਹਾ ਦੇ ਉੱਤੇ ਹਰ ਮੁਲਕ ਦੇ ਨਾਲ ਹਮੇਸ਼ਾ ਮੁਫਾਹਮਤ ਦੀ ਪਾਲਿਸੀ ਰਹੀ ਹੈ, ਔਰ ਉਹ ਇਹ ਚਾਹੁੰਦਾ ਹੈ ਕਿ ਜੀ ਉਹ ਕਿਸੇ ਦੇ ਨਾਲ ਵੀ ਉਹਦੀ ਜਿਹੜਾ ਉਹ ਮੁਦਾਖਲਤ ਨਾ ਕਰੀਏ, ਨਾ ਕੋਈ ਹੋਰ ਕਰੇ ਨਾ ਕੁਝ ਹੈ, ਤੇ ਇਸ ਤਰ੍ਹਾਂ ਦੀ ਹੈ। ਲੇਕਿਨ ਉਹਦੇ ਚ ਹਰ ਜਗ੍ਹਾ ਸਾਡੇ ਤੇ ਅੱਜ ਕੱਲ ਇੱਕ ਹੋਰ ਬੜਾ ਪਹਿਲੂ ਜਿਹੜਾ ਨਾ ਉਹ ਆ ਰਿਹਾ, ਸਾਡੀ ਜਿਹੜੀ ਵੱਡੀ ਕਮਜ਼ੋਰੀ ਹੈ ਉਹ ਇਹ ਹੈ ਕਿ ਅਸੀਂ ਪੈਸੇ ਮੰਗਣੇ ਵਾਲਾ ਜਿਹੜਾ ਕੰਮ ਹੈ ਨਾ, ਇਹ ਹੁਣ ਤੁਸੀਂ ਆਪ ਸੋਚੋ ਕਿ ਅਸੀਂ ਜਿਸ ਵੇਲੇ ਘਰ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਅਗਰ ਅਸੀਂ ਕੋਈ ਬੰਦਾ ਤੇ ਨਹੀਂ ਹੁੰਦਾ ਮੰਗਦਾ, ਜਿਹੜਾ ਦੋ ਭਾਈ ਤਰੇ ਭਾਈ ਰਹਿ ਰਹੇ ਹੋਣ ਤੇ ਮੈਂ ਹੁਣ ਛੋਟੇ ਨੂੰ ਵੱਡੇ ਕੋਲੋਂ ਹਮੇਸ਼ਾ ਹਰ ਮਹੀਨੇ ਮੰਗਦਾ ਹੀ ਰਵਾਂ ਜਾਂ ਕੁਝ ਹੈ, ਤੇ ਉਹ ਨਾ ਵੱਡੇ ਦੀ ਉਹ ਹੈਸੀਅਤ ਰਹਿੰਦੀ ਹੈ ਤੇ ਨਾ ਛੋਟਾ ਜਿਹੜਾ ਨਾ ਉਹ ਹਮੇਸ਼ਾ ਪੂਰੀ ਕਰ ਸਕਦਾ ਉਹ ਸੂਰਤ ਹਾਲ। ਇੱਕ ਦਿਨ ਇਹ ਹੁੰਦਾ ਹੈ ਕਿ ਉਹ ਇੱਕ ਵੱਖਰੇ ਹੋ ਜਾਂਦੇ ਨੇ, ਸਾਰਾ ਕੁਝ ਹੈ। ਤੇ ਇਸ ਸੂਰਤ ਹਾਲ ਜਿਹੜੀ ਸਾਨੂੰ ਚਾਹੁੰਦੇ ਹੋ ਕਸ਼ਕੋਲ ਤਰੋੜ ਦੇਈਏ ਅਸੀਂ? ਹਾਂ ਜੀ, ਮਤਲਬ ਤੇ ਕਿਸ ਨਾਲ ਤੋੜੀਏ? ਪਰ ਤੋੜ ਸਕਦੇ ਹਾਂ ਜੀ। ਨਹੀਂ, ਤੁਸੀਂ ਆਪੋ ਗਰੀਬ ਆਦਮੀ ਵਾਸਤੇ, ਆਮ ਆਦਮੀ ਵਾਸਤੇ ਤਾਂ ਕੋਈ ਕਾਨੂੰਨ ਨਾ ਬਣਾਉਂਦੇ, ਆਪਣੀ ਤਨਖਾਹ ਤੁਸੀਂ ਹੁਣ ਫੇਰ ਵਧਾ ਦੇਗੇ। ਨਹੀਂ ਦੇਖੋ, ਇਹ ਪਾਰਲੀਮੈਂਟਰੀਅਨ ਸਾਰਿਆਂ ਨੇ ਵਧਾ ਲਈਏ, ਸਾਨੂੰ ਵੀ ਦਿੱਤੇ ਪੈਸੇ। ਮੈਂ ਉਹੀ ਗੱਲ ਕਰ ਰਿਹਾ ਨਾ। ਅੱਛਾ, ਕਿ ਜਿਹੜੀ ਪਾਕਿਸਤਾਨੀ ਸੋਸਾਇਟੀ ਦਾ ਜਿਹੜਾ ਹਾਲ ਹੁਣ ਹੋ ਗਿਆ ਹੈ, ਤੇ ਉਹ ਵੱਡੇ ਕਹਿੰਦੇ ਨੇ ਅਸੀਂ ਤਾਂ ਪਹਿਲੇ ਹੀ ਵੱਡੇ ਹਾਂ, ਤੇ ਇਹ ਆਮ ਆਦਮੀ ਜਿਹੜਾ ਰੋਜ਼ਾਨਾ ਰਿਸ਼ਵਤ ਪਾ ਕੇ ਤੇ ਜੇਬ ਵਿੱਚ ਜਾ ਰਿਹਾ, ਪੁਲਿਸ ਵਾਲਾ ਰੋਜ਼ਾਨਾ 2000-5000 ਜੇਬ ਵਿੱਚ ਪਾ ਕੇ ਜਾ ਰਿਹਾ, ਤੇ ਅਸੀਂ ਤੇ ਐਵਾਨ ਵਿੱਚ ਬੈਠੇ ਹਾਂ, ਅਸੀਂ ਕਿਉਂ ਨਾ ਕਰੀਏ ਇਹ ਕੰਮ? ਇੱਥੇ ਰੱਖੋ ਨਾ। ਅੱਛਾ, ਇਹ ਦਾਲ ਆਏ ਆ, ਅਸੀਂ ਉਹਨਾਂ ਨੂੰ ਮੌਕਾ ਫਰਾਹਮ ਕਰ ਰਹੇ ਹਾਂ ਜੀ। ਮੇਰੇ ਨਜ਼ਦੀਕ ਅਸੀਂ ਉਹਨਾਂ ਨੂੰ ਮੌਕਾ ਫਰਾਹਮ ਕਰ ਰਹੇ ਹਾਂ। ਉਹਨਾਂ ਨੂੰ ਇਹ ਨਜ਼ਰ ਆਏਗਾ ਕਿ ਆਵਾਮ ਜਿਹੜੀ ਹੈ ਉਹ ਮੁਸੱਲੇ ਤੇ ਬੈਠੀ ਹੈ, ਤੇ ਉਹ ਕਿਸ ਤਰ੍ਹਾਂ ਉਹਨਾਂ ਦੀ ਜ਼ਰੂਰਤ ਹੈ ਕਿ ਉਹ ਆਪਣੀ ਤਨਖਾਹਾਂ ਬਣਾਉਣ ਜਾਂ ਆਪਣਾ ਸਿਲਸਿਲਾ। ਅੱਛਾ, ਇੱਕ ਹੋਰ ਜ਼ਾਹਿਰ ਹੈ ਬੜੇ ਤੁਸੀਂ ਨਾ ਦਰਦਮੰਦ ਦਿਲ ਰੱਖਦੇ ਹੋ, ਔਰ ਮੈਂ ਤੁਹਾਨੂੰ ਕਈ ਵਾਰੀ ਤੁਹਾਡੀਆਂ ਅੱਖਾਂ ਵੀ ਗਿੱਲੀਆਂ ਹੁੰਦੀਆਂ ਤੱਕੀਆਂ, ਇਹ ਸਾਰੇ ਮਾਮਲਾਤ ਵੀ ਤੱਕੇ। ਤੁਹਾਡਾ ਦਿਲ ਕੀ ਕਹਿੰਦਾ ਪਿਆ? ਇਹ ਕਸ਼ਮੀਰ ਦਾ ਮਸਲਾ, ਇਸਰਾਈਲ ਫਲਸਤੀਨ ਦਾ ਮਸਲਾ ਕਦੋਂ ਤੱਕ ਹੱਲ ਹੋ ਜਾਣਗੇ? ਦਿਲ ਕੀ ਕਹਿੰਦਾ ਤੁਹਾਡਾ? ਦਿਲ ਤੇ ਮੇਰਾ ਇਹ ਕਹਿੰਦਾ ਹੈ ਕਿ ਸ਼ਾਇਦ ਇਹ ਕੱਲ ਹੀ ਹੋ ਜਾਏ। ਮਫਾਦਾਤ ਹਾਂ ਹੋ ਤੇ ਜਾਏ, ਲੇਕਿਨ ਮਫਾਦਾਤ ਦੀ ਕੋਈ ਫੈਲਾਓ ਇਤਨਾ ਜ਼ਿਆਦਾ ਹੋ ਗਿਆ ਹੈ ਕਿ ਮੈਨੂੰ ਕੋਈ ਬਹੁਤ ਉਮੀਦ ਨਹੀਂ ਹੈ ਕਿ ਉਮੀਦ ਕੁਛ ਆਇੰਦਾ ਵਕਤਾਂ 'ਚ ਨਜ਼ਰ ਆ ਨਹੀਂ ਰਹੀ। ਕਿਉਂਕਿ ਗੱਲ ਇਹ ਹੈ ਨਾ ਕਿ ਮੇਰਾ ਖਿਆਲ ਹੈ ਕਿ ਕਸ਼ਮੀਰ ਦਾ ਮਸਲਾ ਬਹੁਤ ਹੱਦ ਤੱਕ ਹਰ ਸ਼ਖਸ ਹੱਲ ਕਰਨਾ ਹੀ ਨਹੀਂ ਚਾਹੁੰਦਾ। ਮਤਲਬ ਹੈ ਉਹਦੇ 'ਚ ਮਫਾਦਾਤ ਦੀ ਜਿਹੜੀ ਐਸੀ ਗੇਮ ਕੋ ਚੱਲ ਪਈ ਹੈ ਕਿ ਕਸ਼ਮੀਰ ਦਾ ਮਸਲਾ ਹੱਲ ਹੋ ਗਿਆ ਤਾਂ ਅਸੀਂ ਕੀ ਕਰਾਂਗੇ? ਸਾਡੀ ਦੁਕਾਨ ਬੰਦ ਹੋ ਜਾਏਗੀ। ਦੁਕਾਨ ਬੰਦ ਹੋ ਜਾਏਗੀ ਨਾ ਜੀ। ਤੰਦੂਰ ਦੀ ਗੱਲ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਜਨਾਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਸਿਰਫ ਨੇਕ ਨੀਅਤੀ ਦੇ ਬੇਸ ਕਰਦੀਆਂ। ਅੱਛਾ, ਇਹਦਾ ਮਤਲਬ ਇਹ ਹੋਇਆ ਕਿ ਅਗਰ ਦੁਨੀਆ ਚਾਹਵੇ, ਵੱਡੇ 5 ਮੁਲਕ ਜਿਹੜੇ ਨੇ ਉਹ ਚਾਹਣ, 2 ਮਿੰਟ ਦੀ ਗੱਲ ਹੈ, ਇਸਰਾਈਲ ਦਾ ਮਸਲਾ ਵੀ ਹੱਲ ਹੋ ਜਾਂਦਾ ਹੈ ਤੇ ਕਸ਼ਮੀਰ ਦਾ ਵੀ ਹੱਲ ਹੋ ਜਾਂਦਾ ਹੈ। ਦੁਨੀਆ ਦਰਅਸਲ ਇਹ ਮਸਲੇ ਹੱਲ ਕਰਨਾ ਹੀ ਨਹੀਂ ਚਾਹੁੰਦੀ, ਉਹ ਆਪਣਾ ਅਸਲਾ ਵੇਚਣਾ ਚਾਹੁੰਦੀ ਹੈ ਔਰ ਆਪਣੇ ਮਾਮਲਾਤ ਨੂੰ ਠੀਕ ਕਰਨਾ ਚਾਹੁੰਦੀ ਹੈ। ਹਰ ਇੱਕ ਦਾ ਮਫਾਦ ਹੈ ਕਿਸੇ ਨਾ ਕਿਸੇ ਸ਼ਕਲ। ਇਹ ਗੱਲਾਂ ਜੇ, ਇਹ ਰੌਲਾ ਜੇ। ਅੱਛਾ, ਇੱਕ ਹੋਰ ਮੈਂ ਪੁੱਛਣਾ ਹੈ, ਨਈਮ ਜ਼ੁਬੈਰੀ ਸਾਹਿਬ ਜ਼ਾਹਿਰ ਹੈ ਪੜ੍ਹਨਾ ਲਿਖਣਾ ਤੇ ਨਾਲ ਚੱਲਦਾ ਸੀ ਜੀ, ਤੇ ਕੋਈ ਤੁਸੀਂ ਕੋਈ ਸ਼ਾਇਰੀ ਵਾਇਰੀ ਕੀਤੀ, ਕੋਈ ਅਫਸਾਨਾ ਲਿਖਿਆ, ਕੁਝ ਡਿਬੇਟਾਂ ਵਿੱਚ ਹਿੱਸੇ ਲਏ ਕਿ ਕੀਤਾ? ਬਿਲਕੁਲ, ਡਿਬੇਟਾਂ 'ਚ ਹਿੱਸੇ ਲਏ, ਸ਼ਾਇਰੀ ਵੀ ਦੂਸਰੇ ਸ਼ਾਇਰਾਂ ਦੀ ਕਲਾਮ ਆਪਣੇ ਕੋਲ ਰੱਖੇ, ਕਿਹਾ ਵੀ ਹੈ, ਲੇਕਿਨ ਇਹ ਖੁਦ ਨਹੀਂ ਕਹੀ, ਲੇਕਿਨ ਇਹ ਅਦਬੀ ਜ਼ੌਕ ਜਿਹੜਾ ਉਹ ਨਾਲ ਸੀ। ਬਿਲਕੁਲ ਹੈ, ਲੇਕਿਨ ਉਹਦਾ ਪਤਾ ਨਹੀਂ ਇਹ ਜਵਾਨੀ ਵਿੱਚ ਇਸ ਤਰ੍ਹਾਂ ਹੁਣ ਤੇ ਬੁਢਾਪਾ ਆ ਗਿਆ, ਲੇਕਿਨ ਜਵਾਨੀ 'ਚ ਐਸੀ ਮਸਲਾ ਸਿਰਫ ਇਹ ਹੁੰਦਾ ਸੀ ਕਿ ਮੈਨੂੰ ਯਾਦ ਨਹੀਂ ਰਹਿੰਦੇ ਸੀ, ਉਸ ਤਰ੍ਹਾਂ ਯਾਦ ਨਹੀਂ। ਅੱਛਾ, ਤੇ ਇਹ ਜਿਹੜੀ ਗਾਇਕੀ ਹੈ ਇਹ ਬੜਾ ਤੁਹਾਨੂੰ ਹੈ ਲਪਕਾ ਥੋੜਾ ਜਿਹਾ, ਤੇ ਕੋਈ ਆਪੂ ਵੀ ਗਾ ਲੈਂਦੇ ਹੋ ਜਾਂ ਬਸ ਸੁਣਦੇ ਹੀ ਰਹਿੰਦੇ ਹੋ? ਬਸ ਇਸ ਤਰ੍ਹਾਂ ਗਾਣਾ ਕਿ ਸਿਰਫ ਮੈਂ ਹੀ ਸੁਣਦਾ। ਅੱਛਾ ਅੱਛਾ, ਇਹ ਸਾਰਾ ਸਿਲਸਿਲਾ ਚੱਲਦਾ ਪਿਆ, ਤੇ ਅੱਜ ਕੱਲ ਕਿਹਨੂੰ ਸੁਣ ਰਹੇ ਹੋ ਤੁਸੀਂ? ਸ਼ਾਇਰੀ? ਹਾਂ, ਸ਼ਾਇਰੀ ਨਹੀਂ, ਆਪਣਾ ਤੁਹਾਡੇ ਗੁਲਕਾਰ ਜਿਹੜੇ ਕਿਹੜੇ ਪਸੰਦੀਦਾ ਨੇ ਤੁਹਾਡੇ? ਗੁਲਕਾਰ ਮੈਨੂੰ ਗਜ਼ਲਾਂ 'ਚ ਪਸੰਦ ਨੇ, ਆਪਣੇ ਲੋਕਲ ਵੀ ਔਰ
ਇਜਾਜ਼ ਇੱਕ ਬਹੁਤ ਫੈਸਲਾਬਾਦ ਦੀ ਇੱਕ ਨਾਂ ਸੀ, ਅਸੀਂ ਉਹਨਾਂ ਨੂੰ ਅਬਦੁਲ ਰਊਫ ਰੂਫੀ ਜਿਹੜੇ ਨਾਂ ਸੀ ਇੱਕ ਬਹੁਤ ਬੜੇ, ਉਹਨਾਂ ਨਾਲ ਬਹੁਤ ਸੰਗਤ ਰਹੀ ਹੈ। ਨੁਸਰਤ ਫਤਿਹ ਅਲੀ ਖਾਨ ਨੂੰ ਬੜਾ ਸਾਹਮਣੇ ਬਹਿ ਕੇ ਸੁਣਿਆ, ਜ਼ਾਹਿਰਾ ਮਹੱਲੇਦਾਰ ਸੀ। ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਸੁਣਿਆ। ਬਸ ਇਸ ਤਰ੍ਹਾਂ ਦਾ ਜਿਹੜਾ ਗਜ਼ਲਾਂ ਦੀ ਹੱਦ ਤੱਕ ਮੁੰਨੀ ਬੇਗਮ ਨੇ ਔਰ ਗੁਲਾਮ ਅਲੀ ਹੈ ਔਰ ਇਸ ਤਰ੍ਹਾਂ ਦੀ ਜਿਹੜਾ ਅੱਛਾ ਫੋਕ ਦਾ ਤੁਸੀਂ ਜ਼ਿਕਰ ਕੀਤਾ ਬਤੌਰੇ ਖਾਸ ਕਿ ਸਾਡੇ ਜੋ ਲੋਕ ਫਨਕਾਰ ਜਿਹੜੇ ਸਾਰੇ ਉਹ ਭਾਵੇਂ ਸਿੰਧੀ ਹੋਣ, ਬਲੋਚੀ ਹੋਣ, ਬਿਲਕੁਲ ਪਸ਼ਤੂਨ ਹੋਣ, ਤੇ ਇਹ ਜਿਹੜੀ ਤੁਹਾਡੇ ਘਰ 'ਚ ਪਸ਼ਤੋ ਬੋਲੀ ਜਾਂਦੀ ਹਾਲੇ ਵੀ? ਪਸ਼ਤੋ ਕੋਈ ਨਾ ਪਸ਼ਤੋ ਸਿਰਫ ਮੇਰੀ ਹੱਦ ਤੱਕ ਹੈ, ਉਹ ਵੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਦਰਵੇਲਾ ਡੈਮ ਮੈਂ ਰਿਹਾ ਤੇ ਉੱਥੇ ਮੈਂ ਸਿੱਖ ਲਈ ਕੀ ਹੈ ਤੇ ਪਸ਼ਤੋ ਮੈਂ ਬਹੁਤ ਅੱਛੀ ਬੋਲਣਾ। ਔਰ ਤੇ ਜ਼ੁਬੈਰੀ ਹੁੰਦੇ ਤੇ ਪਠਾਨ ਹੀ ਨਾ? ਨਹੀਂ ਪਠਾਨ ਹੁੰਦੇ ਨਹੀਂ ਹੈ। ਅੱਛਾ ਕੀ ਹੁੰਦੇ? ਇਹ ਹਜ਼ਰਤ ਜ਼ੁਬੈਰ अलैहिस्सलाम ਦੀ ਨਿਸਬਤ ਦੇ ਹਵਾਲੇ ਨਾਲ, ਅੱਛਾ ਉਸ ਨਾਲ ਜ਼ੁਬੈਰੀ ਇਹ ਸਿਲਸਿਲਾ ਹੈ। ਲੇਕਿਨ ਇਹ ਹੈ ਕਿ ਇਹ ਹਮੇਸ਼ਾ ਮੈਨੂੰ ਸ਼ੌਕ ਰਿਹਾ ਹੈ ਮੁਖਤਲਿਫ ਜ਼ਬਾਨਾਂ ਦਾ। ਇਸੇ ਤਰ੍ਹਾਂ ਪੋਟੋਹਾਰੀ ਵੀ ਮੈਂ ਬੋਲਣਾ, ਮਰੀਦ ਚਲਾ ਜਾਵਾਂ ਤੇ ਉਸਦੇ ਹਿਸਾਬ ਨਾਲ ਵੀ ਮੈਂ ਬੋਲ ਲੈਣਾ, ਪਿਸ਼ਾਵਰ ਜਾਵਾਂ ਤੇ ਮੈਂ ਪਸ਼ਤੋ ਬੋਲਣਾ, ਲਾਹੌਰ ਜਾਵਾਂ ਇਧਰ ਪੰਜਾਬੀ, ਹਿੰਦ ਕੋ ਵੀ ਬੋਲ ਲੈਣਾ, ਹਿੰਦੀ ਵੀ ਬੋਲ ਲੈਣਾ, ਇੰਗਲਿਸ਼ ਵੀ ਬੋਲ ਲੈਣਾ। ਇसी तरह ਜਿਹੜਾ ਨਾ ਜਿਸ ਵੇਲੇ ਕੋਈ ਬਹੁਤ ਹੀ ਸੰਜੀਦਾ ਮਾਮਲਾ ਹੋ ਜਾਏ ਤਾਂ ਮੈਂ ਉਰਦੂ ਵੀ ਬਹੁਤ ਅੱਛੀ ਬੋਲਦਾ। ਮਾਸ਼ਾਅੱਲਾ ਮਾਸ਼ਾਅੱਲਾ। ਹਾਂਜੀ ਅੱਜ ਅਸੀਂ ਗੱਲਾਂ ਕਿਤਨੀਆਂ ਕੀਤੀਆਂ ਨੇ, ਸੋਹਣੀਆਂ ਸੋਹਣੀਆਂ ਗੱਲਾਂ ਹੋਈਆਂ ਤੇ ਅਸਾਂ ਤੁਹਾਨੂੰ ਮਿਲਾਇਆ ਅੱਜ ਨਈਮ ਜ਼ੁਬੈਰੀ ਜਿਹੜਾ ਸਾਰੀ ਜ਼ਿੰਦਗੀ ਬੜੇ ਸ਼ੁਸਤਾ ਔਰ ਬੜੀ ਨਸਤਾਲੀਕ ਉਰਦੂ ਔਰ ਸਾਰੀ ਤੇ ਦੇਖਿਆ ਅਸਾਂ ਕਿੱਡੀ ਸੋਹਣੀ ਪੰਜਾਬੀ ਸੁਣ ਲਈ ਉਹਨਾਂ ਕੋਲੋਂ ਔਰ ਕੀ ਇਹ ਮਾਮਲਾਤ ਅਸੀਂ ਦੇਖੇ ਨੇ। ਤੇ ਅੱਜ ਅਸਾਂ ਆਪਣੇ ਨਾਲ ਆਪਣੇ ਸਾਥੀ ਆਪਣੇ ਦੋਸਤ ਨਈਮ ਜ਼ੁਬੈਰੀ ਸਾਹਿਬ ਨੂੰ ਲਿਆਂਦਾ। ਮੈਂ ਤੁਹਾਡਾ ਯਾਰ ਅਮਲਦੀਪ ਤੇ ਅੱਜ ਅਸੀਂ ਚੰਗੀਆਂ ਚੰਗੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤੇ ਦਰਦ ਦੀਆਂ ਗੱਲਾਂ ਵੀ ਕੀਤੀਆਂ ਕਿ ਕਿਸ ਤਰ੍ਹਾਂ ਜਲਦੀ ਜਲਦੀ ਇਹ ਸਾਰੇ ਮਾਮਲੇ ਹੱਲ ਹੋ ਜਾਣ। ਦੁਆ ਮੰਗਨੇ ਆ ਕਿ ਮੌਲਾ ਕਸ਼ਮੀਰ ਨੂੰ ਵੀ ਆਜ਼ਾਦੀ ਦੇ ਦੇ, ਫਲਸਤੀਨੀਆਂ ਨੂੰ ਵੀ ਆਪਣੀ ਥਾਂ ਦੇ ਦੇ ਤੇ ਸਾਨੂੰ ਵੀ ਆਪਣੀ ਥਾਂ ਦੇ ਦੇ ਤੇ ਸਾਡਾ ਕਸ਼ਕੋਲ ਭੰਨ। ਅੱਲਾ ਬੇਲੀ।